ਤੇ ਰਨ ਕਾਇਆ, ਦੇਖੋ ਕਿੱਦਾਂ ਭੀੜ ਜੁੜਦੀ, ਕਿ ਪਾਣੀਆਂ ਤੇ ਅੱਗ ਤੁਰਦੀ। ਦੇਖੋ ਕਿੱਦਾਂ ਭੀੜ ਜੁੜਦੀ, ਕਿ ਪਾਣੀਆਂ ਤੇ ਅੱਗ ਤੁਰਦੀ, ਕਿ ਪਾਣੀਆਂ ਤੇ, ਕਿ ਪਾਣੀਆਂ ਤੇ, ਕਿ ਪਾਣੀਆਂ ਤੇ ਅੱਗ ਤੁਰਦੀ। ਅੱਗ ਆਈ ਸੀ ਪਿਆਸ ਤਿੱਖੀ ਲੈ ਕੇ, ਰੋਹ ਸ਼ੂਕ ਤੇ ਸਮੁੰਦਰਾਂ ਦਾ ਸਹਿ ਕੇ, ਮੁੜ ਚੱਲੀਏ ਕਿਨਾਰਿਆਂ ਨੂੰ ਖਹਿ ਕੇ, ਤੇ ਆਸ ਅਜੇ ਨਹੀਂ ਖੁਰਦੀ, ਕਿ ਪਾਣੀਆਂ ਤੇ ਅੱਗ ਤੁਰਦੀ। ਇਨ੍ਹਾਂ ਝੁਲਸੇ ਗੁਲਮੋਹਰਾਂ ਤੇ ਤੂੰ ਵੇਖ ਲਵੀਂ ਫੁੱਲ ਖਿੜਨੇ ਹਨ। ਇਨ੍ਹਾਂ ਝੁਲਸੇ ਗੁਲਮੋਹਰਾਂ ਤੇ ਤੂੰ ਵੇਖ ਲਵੀਂ ਫੁੱਲ ਖਿੜਨੇ ਹਨ। ਮੰਦੀਆਂ ਰੁੱਤਾਂ ਤੁਰ ਜਾਣਾ ਏ, ਦਿਲ ਨਾ ਬਹੁਤ ਉਦਾਸ ਕਰੀਂ। ਮੰਦੀਆਂ ਰੁੱਤਾਂ ਤੁਰ ਜਾਣਾ ਏ, ਦਿਲ ਨਾ ਬਹੁਤ ਉਦਾਸ ਕਰੀਂ। ਤੇਰੇ ਪਿਆਸੇ ਬੁੱਲ ਚੁੰਮਣ ਨੂੰ ਤੁਰ ਕੇ ਆਵਣਗੇ ਖੁਦ ਦਰਿਆ। ਤੇਰੇ ਪਿਆਸੇ ਬੁੱਲ ਚੁੰਮਣ ਨੂੰ ਤੁਰ ਕੇ ਆਵਣਗੇ ਖੁਦ ਦਰਿਆ। ਤੂੰ ਇੱਛਾ ਪਰਬਲ ਰੱਖੀ, ਤਿੱਖੀ ਹੋਰ ਪਿਆਸ ਕਰੀਂ। ਕੀ ਹੋਇਆ ਜੇ ਮੁਸ਼ਕਲਾਂ ਆਈਆਂ ਨੇ ਪਹਾੜ ਬਣ ਕੇ, ਅੱਗੋਂ ਅਸੀਂ ਵੀ ਤਾਂ ਟੱਕਰੇ ਹਾਂ ਔਜ਼ਾਰ ਬਣ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਦੇਵ ਧਾਲੀਵਾਲ। 20 ਮੰਚ ਦੇ ਇਸ ਮੰਚ ਤੇ ਆਨਲਾਈਨ ਜੁੜੇ ਹੋਏ ਸਾਰੇ ਰੰਗਕਰਮੀ, ਸਾਰੇ ਦੋਸਤ ਮਿੱਤਰ, ਇਹ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਅੱਜ ਤੁਹਾਡੇ ਨਾਲ ਗੱਲਬਾਤ ਦੀ ਸਾਂਝ ਕਰਦਿਆਂ ਹੋਇਆਂ ਜਿੱਥੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ, ਉੱਥੇ ਨਾਲ-ਨਾਲ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡੀ ਹੈਰਾਨੀ ਵੀ ਆ। ਹੈਰਾਨੀ ਇਸ ਕਰਕੇ ਕਿ ਸ਼ਾਇਦ ਅਸੀਂ ਕਿਸੇ ਨੇ ਵੀ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਕਦੇ ਅਜਿਹਾ ਵਕਤ ਵੀ ਆਊਗਾ ਜਦੋਂ ਸਾਨੂੰ ਆਪਣੀਆਂ ਪ੍ਰਾਤਨ ਗਾਡੀ ਲੀਹਾਂ ਨੂੰ ਛੱਡ ਕੇ ਨਵੀਆਂ ਪਗਡੰਡੀਆਂ ਨੂੰ ਅਖਤਿਆਰ ਕਰਨਾ ਪਊਗਾ, ਵਿਖੜੇ ਰਾਹਾਂ ਦੇ ਪੈਂਡੇ ਤੇ ਚੱਲਣਾ ਪਵੇਗਾ। ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ ਕਿ ਔਖਿਆਂ ਸਮਿਆਂ ਵਿੱਚ ਲਏ ਗਏ ਸਹੀ ਫੈਸਲੇ, ਅਹਿਮ ਫੈਸਲੇ ਇੱਕ ਨਾ ਇੱਕ ਦਿਨ ਇਤਿਹਾਸ ਬਣ ਜਾਂਦੇ ਨੇ, ਤੇ ਅਜਿਹਾ ਹੀ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਬੋਹੇਮੀਅਨ ਥੀਏਟਰ ਪੀਪਲ। ਕਿਉਂਕਿ ਅਜੋਕੇ ਸਮੇਂ ਵਿੱਚ, ਮੌਜੂਦਾ ਸਮੇਂ ਵਿੱਚ, ਜਦੋਂ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜ਼ਿੰਦਗੀ ਇੱਕ ਤਰ੍ਹਾਂ ਨਾਲ ਸਹਿਮ ਗਈ ਹੈ, ਡਰ ਗਈ ਹੈ, ਦਹਿਲ ਗਈ ਹੈ। ਇਸ ਸਹਿਮ ਭਰੀ ਜ਼ਿੰਦਗੀ ਨੂੰ ਫਿਰ ਤੋਂ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼, ਕਲਾ ਦੀ ਅਲਖ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਮੰਚ। ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਇਹ ਸਭ ਕੁਝ ਸਹੀ ਹੋ ਜਾਵੇਗਾ, ਸਭ ਕੁਝ ਸਹਿਜ ਹੋ ਜਾਵੇਗਾ, ਜ਼ਿੰਦਗੀ ਪਹਿਲਾਂ ਵਾਂਗ ਨਿਰੰਤਰ ਦੌੜਨ ਲੱਗ ਪਵੇਗੀ। ਜਦੋਂ ਐਕਟਰ, ਡਾਇਰੈਕਟਰ, ਦਰਸ਼ਕ ਇਕੱਠੇ ਬੈਠਣਗੇ, ਆਮਣੇ ਸਾਹਮਣੇ ਬੈਠਣਗੇ, ਇੱਕ ਦੂਸਰੇ ਦੀ ਹੌਸਲਾ ਅਫਜ਼ਾਈ ਕਰਨਗੇ, ਉਸ ਵਕਤ ਜਦੋਂ ਅਸੀਂ ਇਹਨਾਂ ਸਮਿਆਂ ਨੂੰ ਯਾਦ ਕਰਾਂਗੇ ਤਾਂ ਸਾਨੂੰ ਬੜਾ ਮਾਣ ਮਹਿਸੂਸ ਹੋਵੇਗਾ, ਗਰਵ ਮਹਿਸੂਸ ਹੋਵੇਗਾ ਕਿ ਅਸੀਂ ਉਸ ਸੰਕਟ ਭਰੇ ਦੌਰ ਦੇ ਵਿੱਚ ਵੀ ਅਸੀਂ ਰੁਕੇ ਨਹੀਂ, ਝੁਕੇ ਨਹੀਂ, ਲਗਾਤਾਰ ਤੁਰਦੇ ਹੀ ਗਏ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, 21 ਜੂਨ ਤੋਂ ਜਿਹੜਾ ਸ਼ੁਰੂ ਹੋਇਆ ਆਨਲਾਈਨ ਥੀਏਟਰ ਫੈਸਟੀਵਲ ਅੱਜ 5ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ, ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਜਿਹੜਾ ਇਹ ਸਾਡਾ ਪ੍ਰੋਗਰਾਮ, ਇਸ ਦੇ 4 ਫਾਰਮੈਟ ਨੇ। ਜਿਹੜਾ ਪਹਿਲਾ ਸੈਸ਼ਨ ਆ ਉਹ ਹੋਣਗੇ ਜੀ ਸੁਨਹਿਰੀ ਬੋਲ, ਉਸ ਤੋਂ ਬਾਅਦ ਹੋਏਗਾ ਜੀ ਰੂਬਰੂ, ਉਸ ਤੋਂ ਬਾਅਦ ਪੇਸ਼ੀ ਨਜ਼ਰ, ਪੇਸ਼ਕਾਰੀ ਹੋਏਗੀ, ਤੇ ਸਭ ਤੋਂ ਅੰਤ ਦੇ ਵਿੱਚ ਜਿਹੜੀ ਅਸੀਂ ਵਿਚਾਰ ਚਰਚਾ ਕਰਾਂਗੇ, ਸਾਡੇ ਦਰਸ਼ਕਾਂ ਦੇ ਜਿਹੜੇ ਸਵਾਲ ਲਵਾਂਗੇ। ਸੋ ਸਭ ਤੋਂ ਪਹਿਲਾਂ ਜੇ ਸੁਨਹਿਰੀ ਬੋਲ ਦੀ ਗੱਲ ਕਰੀਏ ਤਾਂ ਅੱਜ ਸਾਨੂੰ ਆਸ਼ੀਰਵਾਦ ਦੇਣਗੇ ਕੇਵਲ ਧਾਲੀਵਾਲ ਹੁਣੀ। ਕੇਵਲ ਧਾਲੀਵਾਲ ਹੁਣਾਂ ਦਾ ਨਾਮ ਜਿਹੜਾ ਉਹ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਉਹਨਾਂ ਬਾਰੇ ਇੰਟਰੋਡਕਸ਼ਨ ਦੇਣੀ ਬੜੀ ਛੋਟੀ ਗੱਲ ਹੋਵੇਗੀ, ਕਿਉਂਕਿ ਪੰਜਾਬੀ ਰੰਗਮੰਚ ਦੀ ਦੁਨੀਆ ਵਿੱਚ ਸਾਡੇ ਕੋਲ ਕੇਵਲ ਤੇ ਕੇਵਲ ਇੱਕ ਹੀ ਕੇਵਲ ਧਾਲੀਵਾਲ ਨੇ, ਜਿਨ੍ਹਾਂ ਨੇ ਰੰਗਮੰਚ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਆਪਣਾ ਨਾਮ ਤੇ ਮੁਕਾਮ ਬਣਾਇਆ। ਫਿਰ ਵੀ ਜੇ ਕੋਈ ਰਸਮੀ ਜਾਣਕਾਰੀ ਦੇਣੀ ਹੋਵੇ ਤਾਂ ਮੈਂ ਉਹਨਾਂ ਬਾਰੇ ਕਹਿ ਸਕਦਾ ਕਿ ਉਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ। ਇੱਥੇ ਹੀ ਉਹ ਜੰਮੇ, ਪਲੇ, ਖੇਡੇ, ਮੁੱਢਲੀ ਪੜ੍ਹਾਈ ਉਹਨਾਂ ਨੇ ਇੱਥੇ ਕੀਤੀ। ਇੱਥੇ ਉਹਨਾਂ ਦਾ ਮਿਲਾਪ ਭਾਜੀ ਗੁਰਸ਼ਰਨ ਸਿੰਘ ਹੁਣਾਂ ਦੇ ਨਾਲ ਹੁੰਦਾ ਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਨੇ ਲੰਬਾ ਸਮਾਂ ਥੀਏਟਰ ਕੀਤਾ। ਤੇ ਫਿਰ ਉਹਨਾਂ ਦੀ ਹੱਲਾਸ਼ੇਰੀ ਸਦਕੇ ਹੀ ਉਹ NST ਦਿੱਲੀ ਪਹੁੰਚੇ, ਨੈਸ਼ਨਲ ਸਕੂਲ ਆਫ ਡਰਾਮਾ,
ਜਿੱਥੋਂ ਉਹਨਾਂ ਨੇ 3 ਸਾਲ ਦਾ ਡਿਪਲੋਮਾ ਕੀਤਾ ਹੈ ਤੇ ਡਿਜ਼ਾਈਨਿੰਗ ਦੇ ਵਿੱਚ ਵਿਸ਼ੇਸ਼ ਖਾਸ ਮਹਾਰਤ ਹਾਸਲ ਕੀਤੀ। ਇਸ ਤੋਂ ਬਾਅਦ ਉਹ ਪੰਜਾਬ ਪਰਤਦੇ ਨੇ ਤੇ ਪੰਜਾਬ ਦੇ ਪਿੰਡ ਵਿੱਚ ਆ ਕੇ ਉਹਨਾਂ ਨੇ ਨਾਟਕ ਕੀਤੇ। ਨਾਟਕਾਂ ਨੂੰ ਸਿਰਫ ਪਿੰਡਾਂ ਤੱਕ ਹੀ ਨਹੀਂ ਸੀਮਿਤ ਰਹਿਣ ਦਿੱਤਾ, ਪਿੰਡ ਤੋਂ ਸ਼ਹਿਰ, ਸਟੇਟ, ਨੈਸ਼ਨਲ, ਇੰਟਰਨੈਸ਼ਨਲ ਲੈਵਲ ਤੱਕ ਉਹਨਾਂ ਨੇ ਜਿਹੜੇ ਪੰਜਾਬੀ ਥੀਏਟਰ ਨੂੰ ਪਹੁੰਚਾਇਆ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦੀ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਸੁਨੇਹਾ ਉਹ ਸੁਣਦੇ ਆ ਜੀ। ਧੰਨਵਾਦ। ਦੋਸਤੋ ਸਤਿ ਸ਼੍ਰੀ ਅਕਾਲ। ਜਿਨ੍ਹਾਂ ਸਮਿਆਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਜਿਹੜੇ ਸਮੇਂ ਅਸੀਂ ਹੰਢਾ ਰਹੇ ਹਾਂ, ਔਰ ਜੋ ਸਾਡਾ ਫਰਜ਼ ਬਣਦਾ ਹੈ ਇਹਨਾਂ ਸਮਿਆਂ ਦੇ ਵਿੱਚ ਕਿ ਅਸੀਂ ਕੀ ਕਰ ਸਕਦੇ ਹਾਂ। ਅਸੀਂ ਲਿਖ ਸਕਦੇ ਹਾਂ, ਅਸੀਂ ਪੜ੍ਹ ਸਕਦੇ ਹਾਂ, ਅਸੀਂ ਗੱਲ ਕਰ ਸਕਦੇ ਹਾਂ, ਅਸੀਂ ਕੋਈ ਸੰਵਾਦ ਰਚਾ ਸਕਦੇ ਹਾਂ। ਤੇ ਇਹ ਸੰਵਾਦ ਦਾ ਇੱਕ ਮੌਕਾ ਹੈ। ਇਹ ਮੌਕਾ ਜਿਹੜਾ ਕਿ ਬੋਹੇਮੀਅਨਸ ਨੇ, ਜਿਹੜੇ ਕਿ ਅੱਜ ਦੇ ਸਮਿਆਂ ਦੇ ਵਿੱਚ ਖੂਬਸੂਰਤ ਕੰਮ ਕਰ ਰਹੇ ਨੇ, ਔਰ ਸਾਡੇ ਆਪਣੇ ਕਲਾਕਾਰ ਗੁਰਵਿੰਦਰ ਜਿਨ੍ਹਾਂ ਨੇ ਕਿ ਬਹੁਤ ਖੂਬਸੂਰਤ ਕੰਮ ਕੀਤਾ ਹੈ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ। ਖਾਸ ਤੌਰ ਤੇ ਉਸਨੇ ਜੋ ਕਾਲਣਾਕਾਰੀ ਹੈ, ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਔਰ ਇਹਦੇ ਵਿੱਚ ਕਈ ਪੜਾਅ ਨੇ। ਉਹ ਚੀਜ਼ਾਂ ਜਿਹੜੀਆਂ ਕਿ ਸ਼ਾਇਦ ਕਦੇ ਵੀ ਅਸੀਂ ਸ਼ੇਅਰ ਨਹੀਂ ਸੀ ਕੀਤੀਆਂ, ਉਹ ਰੰਗਮੰਚ ਦੀਆਂ ਗੱਲਾਂ। ਔਰ ਰੰਗਮੰਚ ਦੀਆਂ ਗੱਲਾਂ ਉਹ ਸਾਡੇ ਐਕਸਪੀਰੀਅੰਸ, ਸਾਡੀ ਆਪਣੀ ਕਿਉਂਕਿ ਮੈਂ ਬਿਲਕੁਲ ਉਹ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਿਹਾ ਵਾਂ ਕਿਉਂਕਿ ਮੈਂ ਦਿਨ ਰਾਤ ਰੰਗਮੰਚ ਕਰਦਾ ਵਾਂ ਤੇ ਰੰਗਮੰਚ ਤੋਂ ਬਗੈਰ ਕੁਝ ਵੀ ਨਹੀਂ ਕਰਦਾ ਹੋਰ ਜ਼ਿੰਦਗੀ ਦੇ ਵਿੱਚ। ਤੇ ਇਸ ਲਈ ਕਿ ਇਹ ਜਿਹੜੀ ਸਾਡੀ ਆਪਣੀ ਵਿਧਾ ਹੈ, ਜੋ ਸਾਡੇ ਦਿਲ ਦੇ ਕਰੀਬ ਹੈ, ਜੋ ਸਾਡੇ ਅੰਦਰ ਹਰ ਵੇਲੇ ਧੁਖਦੀ ਹੈ, ਬਲਦੀ ਹੈ, ਇਸ ਵਿਧਾ ਦੇ ਬਾਰੇ ਚ ਅਸੀਂ ਗੱਲ ਕਰੀਏ, ਪਿਛਲ ਝਾਤ ਮਾਰੀਏ, ਦੇਖੀਏ, ਔਰ ਉਸ ਝਾਤ ਦੇ ਵਿੱਚੋਂ ਸਾਡਾ ਅੱਜ ਕਿੱਥੇ ਖੜਾ ਹੈ ਤੇ ਸਾਡਾ ਆਉਣ ਵਾਲਾ ਸਮਾਂ ਕਿੱਥੇ ਖੜਾ ਹੈ। ਔਰ ਜਿਹੜੇ ਇਹਨਾਂ ਸਮਿਆਂ ਨੇ ਜੋ ਕੁਝ ਸਾਨੂੰ ਸਿਖਾ ਦਿੱਤਾ ਹੈ, ਮੈਨੂੰ ਲੱਗਦਾ ਹੈ ਕਿ ਇਹਨਾਂ ਗੱਲਾਂ ਦੇ ਵਿੱਚ, ਇਸ ਸੰਵਾਦ ਦੇ ਵਿੱਚ ਸ਼ਾਇਦ ਇਹ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਦਾ ਹੀ ਮੌਕਾ ਦਿੱਤਾ ਹੈ ਕਿ ਅਸੀਂ ਇਹ ਗੱਲਾਂ ਕਰ ਸਕੀਏ, ਇੱਕ ਦੂਜੇ ਕੋਲੋਂ ਕੁਝ ਸਿੱਖ ਸਕੀਏ। ਸੋ ਮੇਰੀਆਂ ਬੈਸਟ ਵਿਸ਼ੇਸ ਨੇ, ਸ਼ੁਭ ਇਛਾਵਾਂ ਨੇ, ਸ਼ੁਭ ਕਾਮਨਾਵਾਂ ਨੇ। ਤੇ ਮੈਂ ਵਿੱਚ ਗੁਰਵਿੰਦਰ ਹੋਰਾਂ ਨੂੰ ਕਹਾਂਗਾ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਜ਼ਰੂਰ ਜਿਹੜੀਆਂ ਗੱਲਾਂ ਸਾਡੇ ਨਾਲ, ਸਾਡੇ ਸਮੇਂ ਦੀਆਂ, ਸਾਡੇ ਪੀਰੀਅਡ ਦੀਆਂ, ਜਿਹੜੀਆਂ ਅਸੀਂ ਜ਼ਰੂਰ ਇੱਕ ਦੂਜੇ ਨਾਲ ਇਹ ਸਾਂਝੀਆਂ ਕਰਦੇ ਰਹੀਏ। ਸ਼ਾਇਦ ਇਸ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਇੱਕ ਸਾਰਥਕ ਕੰਮ ਹੋਏਗਾ, ਬਹੁਤ ਵੱਡਾ ਉਦਮ ਹੋਏਗਾ, ਔਰ ਇਸ ਕੰਮ ਨੂੰ ਸਾਂਭ ਵੀ ਲੈਣਾ ਚਾਹੀਦਾ ਵਾ ਕਿਉਂਕਿ ਇਤਿਹਾਸ ਜਿਹੜਾ ਕੋਈ ਸਾਂਭਦਾ ਹੈ ਆਪਣੀ ਜ਼ਿੰਦਗੀ ਦੇ ਹੰਢਾਏ ਹੋਏ ਪਲਾਂ ਨੂੰ, ਔਰ ਉਹ ਪਲ ਜਿਹਦੇ ਵਿੱਚ ਤੁਸੀਂ ਇੰਜੋਏ ਕੀਤਾ ਹੋਵੇ, ਜਿਹਦੇ ਵਿੱਚ ਤੁਸੀਂ ਕੁਝ ਕ੍ਰੀਏਟ ਕੀਤਾ ਹੋਵੇ। ਇਹ ਕ੍ਰੀਏਟੀਵਿਟੀ ਦਾ ਸਫ਼ਰ ਹੈ ਤੇ ਗੁਰਵਿੰਦਰ ਹੋਰੀ ਇਸ ਕ੍ਰੀਏਟੀਵਿਟੀ ਦੇ ਸਫ਼ਰ ਨੂੰ ਸ਼ੁਰੂਆਤ ਕਰ ਰਹੇ ਹੈ। ਸੋ ਮੇਰੀਆਂ ਸ਼ੁਭ ਕਾਮਨਾਵਾਂ, ਬੈਸਟ ਵਿਸ਼ੇਸ, ਆਲ ਦਾ ਬੈਸਟ। ਜੀ ਦੋਸਤੋ, ਆਪਾਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਹੋਣਾ ਦਾ ਸੁਨੇਹਾ ਸੁਣਿਆ। ਮੇਰਾ ਦਿਲ ਕਰਦਾ ਕਿ ਮੈਂ ਇੱਕ ਵਾਰ ਬਾਈ ਗੁਰਵਿੰਦਰ ਹੋਣਾ ਨੂੰ ਫਿਰ ਤੋਂ ਮੁਬਾਰਕਬਾਦ ਦੇਵਾਂ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਤੇ ਉਸ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ, ਇਸ ਦੇ ਨਾਲ ਉਹਨਾਂ ਨੇ ਪ੍ਰੋਗਰਾਮ ਦੀ ਹਰ ਛੋਟੀ ਤੋਂ ਛੋਟੀ ਚੀਜ਼ ਦਾ ਤੇ ਖਾਸ ਮਤਲਬ ਜੇ ਮੈਂ ਕਹਾਂ ਕਿ ਇੱਕ ਛੋਟੇ ਤੋਂ ਛੋਟੇ ਸੈਗਮੈਂਟ ਦਾ ਧਿਆਨ ਰੱਖਿਆ। ਜਿਵੇਂ ਇਸ ਸੈਗਮੈਂਟ ਦਾ ਨਾਮ ਸੀ ਸੁਨਹਿਰੀ ਬੋਲ। ਵਾਕਿਆ ਹੀ ਇਹ ਸੁਨਹਿਰੀ ਬੋਲ ਸਨ ਜਿਨ੍ਹਾਂ ਨੂੰ ਸਦੀਆਂ ਤੱਕ ਸਾਂਭਿਆ ਜਾ ਸਕਦਾ, ਸਦੀਆਂ ਬਾਅਦ ਵੀ ਵੇਖਿਆ ਜਾ ਸਕਦਾ। ਸੋ ਸਾਡਾ ਦੂਜਾ ਪਾਰਟ ਆ ਜੀ ਰੂਬਰੂ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੇ ਆਪ ਨੂੰ ਬੜਾ ਸੁਭਾਗਾ ਮਹਿਸੂਸ ਆਪਣੇ ਆਪ ਨੂੰ ਕਰ ਰਿਹਾ ਕਿ ਮੇਰੇ ਨਾਲ ਜਿਹੜੇ ਅੱਜ ਫਨਕਾਰ ਨੇ, ਚਾਹੇ ਉਹ ਕੇਵਲ ਧਾਲੀਵਾਲ ਹੋਣਾ ਦਾ ਸੁਨੇਹਾ ਸੁਣਿਆ ਤੇ ਚਾਹੇ ਲਾਈਵ ਹੁਣ ਜਿਹੜੇ ਅਨੀਤਾ ਸ਼ਬਦੀਸ਼ ਮੈਮ ਹੋਣੀ ਸਾਡੇ ਨਾਲ ਲਾਈਵ ਨੇ ਇਸ ਵਕਤ। ਤੇ ਕਿਉਂਕਿ ਇਹ ਜਿਹੜੇ ਦੋਨੋਂ ਹੀ ਫਨਕਾਰ ਨੇ, ਇਹਨਾਂ ਦੀ ਇਹ ਬਹੁਤ ਵੱਡੀਆਂ ਹਸਤੀਆਂ ਨੇ, ਬੜੇ ਵੱਡੇ ਨਾਮ ਨੇ। ਇਹ ਮੇਰੇ ਮਨ 'ਚ ਆਉਂਦੀ ਗੱਲ ਜੇ ਮੈਂ ਕਹਿ ਦੇਵਾਂ ਤਾਂ ਜਿਵੇਂ ਕਿਹਾ ਜਾਂਦਾ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਜਿਹੜਾ ਉਹ ਬੜਾ ਵਿਸ਼ਾਲ ਤਰੀਕੇ ਨਾਲ ਫੈਲਿਆ ਹੋਇਆ। ਜੇ ਕੇਵਲ ਧਾਲੀਵਾਲ ਹੋਣਾ ਦੀ ਤਸ਼ਬੀਹ ਮੈਂ ਕਸ਼ਮੀਰ ਨਾਲ ਦੇ ਦੇਵਾਂ ਤੇ ਮੇਰੇ ਸਾਹਮਣੇ ਸਕਰੀਨ ਤੇ ਬੈਠੇ ਮੈਡਮ ਕੰਨਿਆ ਕੁਮਾਰੀ ਨੇ ਤੇ ਵਿਚਕਾਰ ਸਾਰਾ ਜਿਹੜਾ ਥੀਏਟਰ ਦੀ ਦੁਨੀਆ ਫੈਲੀ ਹੋਈ ਹੈ ਕਿਉਂਕਿ ਉਹ ਚੰਡੀਗੜ੍ਹ ਨੇ, ਮੋਹਾਲੀ ਨੇ। ਸੋ ਅਨੀਤਾ ਸ਼ਬਦੀਸ਼ ਮੈਮ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਬਹੁਤ ਵੱਡਾ ਕੰਮ ਇਹਨਾਂ ਦਾ। 100 ਤੋਂ ਵੱਧ ਇਹਨਾਂ ਨੇ ਨਾਟਕ ਕੀਤੇ ਨੇ, ਹਜ਼ਾਰਾਂ ਪੇਸ਼ਕਾਰੀਆਂ ਕੀਤੀਆਂ ਨੇ
50 ਤੋਂ ਵੱਧ ਫਿਲਮਾਂ ਕੀਤੀਆਂ ਨੇ। ਇਸ ਤੋਂ ਇਲਾਵਾ ਟੀਵੀ ਤੇ ਬਹੁਤ ਸਾਰਾ ਇਹਨਾਂ ਦਾ ਕੰਮ ਹੈ। ਸੋ ਮੈਂ ਮੈਡਮ ਹੁਣਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਹੋਰ ਮੈਮ ਠੀਕ ਠਾਕ ਹੋ? ਬਿਲਕੁਲ ਠੀਕ ਠਾਕ ਹੈ ਜੀ। ਵੀ ਮੰਚ ਦੇ ਪਹਿਲਾਂ ਪੂਰੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਔਰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਦਰਸ਼ਕਾਂ ਦੇ ਰੂਬਰੂ ਹੋਏ ਹਾਂ ਅਸੀਂ, ਚਾਹੇ ਆਨਲਾਈਨ ਹੀ ਸਹੀ, ਪਰ ਬਹੁਤ ਚੰਗਾ ਲੱਗ ਰਿਹਾ ਸਾਰੇ ਦਰਸ਼ਕਾਂ ਨੂੰ ਆਨਲਾਈਨ ਦੇਖ ਕੇ। ਜੀ ਜੀ ਮੈਮ, ਮੈਂ ਤੁਹਾਡੇ ਪਰਸਨਲੀ ਤੌਰ ਤੇ ਬਹੁਤ ਸਾਰੇ ਨਾਟਕ ਦੇਖੇ ਨੇ, ਤੁਹਾਡਾ ਰੂਬਰੂ ਜਿਹੜਾ ਸਾਹਮਣੇ ਬੈਠ ਕੇ ਵੀ ਸੁਣਿਆ। ਮੈਂ ਤਾਂ ਨਹੀਂ ਕਹਿੰਦਾ ਕਿ ਮੈਨੂੰ ਬਹੁਤ ਕੁਝ ਪਤਾ, ਪਰ ਕਾਫੀ ਕੁਝ ਮੈਂ ਜਾਣਦਾ। ਪਰ ਉਸ ਤਰੀਕੇ ਨਾਲ ਜਿਸ ਤਰੀਕੇ ਦਾ ਸਾਡਾ ਪ੍ਰੋਗਰਾਮ ਆ, ਇੱਕ ਰਸਮੀ ਜੀ ਗੱਲਬਾਤ ਆਪਾਂ ਨੂੰ ਫਿਰ ਮੁੱਢੋਂ ਸੁੱਢੋਂ ਉਸੇ ਤਰੀਕੇ ਨਾਲ ਹੀ ਕਰਨੀ ਪੈਣੀ ਹੈ। ਸੋ ਮੇਰਾ ਪਹਿਲਾ ਸਵਾਲ ਤੁਹਾਨੂੰ ਕਿ ਇੱਕ ਪਿਛਲ ਝਾਤ ਆਪਣੇ ਪਿਛੋਕੜ ਬਾਰੇ, ਜਨਮ ਬਾਰੇ, ਉਸ ਬਚਪਨ ਬਾਰੇ, ਜਿਸ ਵਿੱਚ ਤੁਹਾਡੇ ਪਿਤਾ ਜੀ ਜੋ ਖੁਦ ਇੱਕ ਬਹੁਤ ਵੱਡੇ ਪੋਇਟ ਸਨ, ਤੇ ਜਦੋਂ ਤੁਹਾਨੂੰ ਸਾਈਕਲ ਤੇ ਕੈਰੀਅਰ ਦੇ ਪਿੱਛੇ ਬਿਠਾ ਕੇ ਤੁਹਾਨੂੰ ਨਾਟਕ ਦਿਖਾਉਣ ਲਿਜਾਇਆ ਕਰਦੇ ਸਨ, ਉਹ ਸਾਰਾ ਮਾਹੌਲ ਤੁਸੀਂ ਇੱਕ ਵਾਰੀ ਫਿਰ ਸਿਰਜ ਦਿਓ। ਤੁਸੀਂ ਕਾਫੀ ਸਰਚ ਕਰ ਚੁੱਕੇ ਹੋ ਮੈਨੂੰ ਲੱਗਦਾ। ਐਕਚੁਅਲੀ ਮੇਰੇ ਡੈਡੀ ਧਰਮਪਾਲ ਉਪਾਸ਼ਕ ਜੀ ਇੱਕ ਪੋਇਟ ਨੇ ਜੀ, ਤੇ ਉਹ ਸਾਨੂੰ ਬਚਪਨ ਦੇ ਵਿੱਚ ਰੰਗਮੰਚ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ। ਮੋਹਾਲੀ ਦੇ ਵਿੱਚ ਇੱਕ HS ਭੱਟੀ ਸਾਹਿਬ ਦੀ ਫੈਕਟਰੀ ਹੁੰਦੀ ਸੀ ਜੀ, ਤੇ ਉੱਥੇ ਦਵਿੰਦਰ ਦਮਨ ਜੀ ਦੇ, ਕਮਲ ਵਿਦਰੋਹੀ ਜੀ ਦੇ, ਗੁਰਸ਼ਨ ਭਾਜੀ ਦੇ ਨਾਟਕ ਹੁੰਦੇ ਸੀ। ਤੇ ਡੈਡੀ ਸਾਨੂੰ ਆਫਿਸ ਤੋਂ ਛੁੱਟੀ ਕਰਕੇ ਸਾਨੂੰ ਸ਼ਾਮ ਨੂੰ ਮੈਨੂੰ ਔਰ ਬ੍ਰਦਰ ਨੂੰ ਸਾਈਕਲ ਤੇ ਬਿਠਾ ਕੇ ਨਾਟਕ ਦਿਖਾਉਣ ਲੈ ਕੇ ਜਾਂਦੇ ਸੀ। ਸੋ ਕਿਤੇ ਨਾ ਕਿਤੇ ਉਹ ਬਚਪਨ ਤੋਂ ਇਹ ਚਿਰੰਗ ਲੱਗੀ ਹੋਈ ਸੀਗੀ। ਤੇ ਜਦੋਂ ਅਸੀਂ ਨਾਟਕ ਦੇਖ ਕੇ ਆਉਣਾ ਤੇ ਘਰੇ ਆ ਕੇ ਅਸੀਂ ਉਹਦੀ ਮੋਨੋ ਐਕਟਿੰਗ ਕਰਨੀ। ਮੈਂ ਔਰ ਬ੍ਰਦਰ ਪਵਨ ਨੇ, ਕੁਮਾਰ ਪਵਨਦੀਪ, ਜਿਹੜੇ ਕਿ ਅੱਜ ਅਮਰੀਕਾ ਦੇ ਵਿੱਚ ਸੈਟਲ ਨੇ ਔਰ ਉਹ ਪਟਿਆਲਾ ਥੀਏਟਰ ਡਿਪਾਰਟਮੈਂਟ ਤੋਂ ਪਾਸ ਆਊਟ ਵੀ ਨੇ, ਅਸੀਂ ਦੋਨਾਂ ਨੇ ਬਹੁਤ ਮੋਨੋ ਐਕਟਿੰਗ ਕਰਨੀ। ਕੋਈ ਨਾਟਕ, ਕੋਈ ਨਾ ਕੋਈ ਡਾਇਲੌਗ ਨਾਲ ਲੈ ਕੇ ਆਉਂਦੇ ਸੀ ਘਰੇ ਅਸੀਂ, ਤੇ ਉਹਨੂੰ ਅਸੀਂ ਪਰਫਾਰਮ ਕਰਦੇ ਰਹਿੰਦੇ ਹੁੰਦੇ ਸੀ। ਸੋ ਬਚਪਨ ਦੇ ਵਿੱਚ ਘਰ ਦੇ ਵਿੱਚ ਪੂਰਾ ਮਾਹੌਲ ਮਿਲਿਆ। ਸਵਾਲ ਆ ਗਿਆ, ਉਸ ਵਕਤ ਤੁਹਾਨੂੰ ਇਹ ਕਲੀਅਰ ਸੀਗਾ ਕਿ ਤੁਸੀਂ ਇਹ ਕੰਮ ਥੀਏਟਰ ਕਰਨਾ ਜਾਂ ਸਿਰਫ ਦੇਖਣ ਤੱਕ ਸੀ, ਸ਼ੌਂਕ ਸੀਗਾ? ਨਹੀਂ, ਉਦੋਂ ਕੁਝ ਵੀ ਐਸਾ ਨਹੀਂ ਸੀ, ਬਹੁਤ ਛੋਟੇ ਸੀ ਉਦੋਂ। ਤਾਂ ਜਸਟ ਇੱਕ ਐ ਲੱਗਦਾ ਹੁੰਦਾ ਸੀ ਜਿੱਦਾਂ ਕੁਝ ਦੇਖ ਕੇ ਆਏ ਆ ਤੇ ਉਹਨੂੰ ਅਸੀਂ ਪਰਫਾਰਮ ਕਰ ਦਿੱਤਾ। ਮਸਤੀ ਕਰਨੀ, ਨਾਨਕੇ ਦਾਦਕੇ ਜਾਣਾ, ਤਾਂ ਫਿਰ ਸਾਡਾ ਉੱਥੇ ਵੀ ਅਸੀਂ ਦੋਨਾਂ ਨੇ ਟੋਆ ਨਾਟਕ ਕਰਨਾ। ਪਵਨ ਨੇ ਕਿ ਕੂੜੇ ਟੁੱਟੇ ਪਾਲ ਦੇ ਵਾਲਾ ਬਾਬਾ ਬਣ ਜਾਣਾ। ਸੋ ਇਸ ਤਰ੍ਹਾਂ ਅਸੀਂ ਛੋਟੇ ਹੁੰਦਿਆਂ ਤੋਂ ਹੀ ਕਰਦੇ ਹੁੰਦੇ ਸੀ, ਪਰ ਉਦੋਂ ਕੁਝ ਨਹੀਂ ਸੀ ਸੋਚਿਆ ਕਿ ਅਸੀਂ ਇਸ ਲਾਈਨ ਦੇ ਵਿੱਚ ਜਾਣਾ ਹੈ। ਜੀ ਹਾਂ, ਇੰਨਾ ਜ਼ਰੂਰ ਹੈ ਕਿ ਗੁਰਸ਼ਨ ਭਾਜੀ ਦੇ ਨਾਲ ਤਾਂ ਮੈਂ 93 ਤੋਂ ਜੁੜੀ ਹਾਂ ਜੀ, ਪਰ ਉਸ ਤੋਂ ਪਹਿਲਾਂ ਡਾਕਟਰ ਆਤਮਜੀਤ ਜੀ ਦੇ ਨਾਲ ਜੁੜੀ ਸੀ। ਬ੍ਰਦਰ ਮੇਰਾ ਉਹਨਾਂ ਦੇ ਨਾਲ ਨਾਟਕ ਕਰਦਾ ਸੀ। ਡਾਕਟਰ ਆਤਮਜੀਤ ਜੀ ਨੇ ਹੀ ਪਵਨ ਨੂੰ ਥੀਏਟਰ ਡਿਪਾਰਟਮੈਂਟ ਚ ਲੈ ਕੇ ਗਏ ਸੀ, ਉਹ ਨਾਟਕਾਂ ਦੇ ਵਿੱਚ ਲੈ ਕੇ ਗਏ ਸੀ। ਤੇ ਬ੍ਰਦਰ ਬਿਮਾਰ ਸੀ ਤੇ ਉਦੋਂ ਸਰ ਪਤਾ ਲੈਣ ਆਏ ਸੀਗੇ ਪਵਨ ਦਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੁੜੀਏ ਤੇਰੀ ਆਵਾਜ਼ ਬੜੀ ਅੱਛੀ ਹੈ, ਤੂੰ ਨਾਟਕ ਨੂਟਕ ਕਿਉਂ ਨਹੀਂ ਕਰਦੀ? ਮੈਂ ਕਿਹਾ ਸਰ ਮੈਂ ਸਕੂਲ ਦੇ ਵਿੱਚ ਕਰਦੀ ਹਾਂ, ਸਕੂਲ ਚ ਪਰਫਾਰਮ ਕਰਦੀ ਹਾਂ, ਜੋ ਹੁੰਦਾ ਹੈ। ਫਿਰ ਉਹ ਕਹਿੰਦੇ ਕਿ ਤੂੰ ਨਾਲ ਆ ਜਾਵੀਂ। ਸੋ ਮੈਂ ਉਦੋਂ ਉਹਨਾਂ ਦੇ ਨਾਲ ਗਈ, ਬ੍ਰਦਰ ਦੇ ਨਾਲ ਗਈ। ਜਦੋਂ ਬ੍ਰਦਰ ਠੀਕ ਹੋ ਗਿਆ, ਉਹ ਬਿਮਾਰ ਸੀ ਉਹਨਾਂ ਦਿਨਾਂ ਦੇ ਵਿੱਚ, ਜਦੋਂ ਠੀਕ ਹੋਇਆ ਅਸੀਂ ਉਹਨਾਂ ਦੇ ਘਰੇ ਪਹੁੰਚੇ ਔਰ ਉਸ ਤੋਂ ਬਾਅਦ ਮੈਨੂੰ ਉੱਥੇ ਰੋਲ ਮਿਲਿਆ। ਪਹਿਲਾ ਨਾਟਕ ਸੀ ਮੇਰਾ ਮੰਟੋ ਦੀ ਕਹਾਣੀ ਵਾਲਾ, ਤੇ ਉਹਦੇ ਵਿੱਚ ਹੀ ਮੈਨੂੰ ਬੀਰੀ ਦਾ ਕਿਰਦਾਰ ਮਿਲਿਆ ਸੀ, ਜਿਹੜਾ ਕਿ ਸਿਰਫ ਇੱਕ ਚੱਕਰ ਹੀ ਕੱਟਿਆ ਸੀ ਮੈਂ, ਤੇ ਮੈਨੂੰ ਨਹੀਂ ਸੀ ਪਤਾ ਉਹ ਸਾਇਲੈਂਟ ਚੱਕਰ ਮੇਰਾ ਐਡਾ ਵੱਡਾ ਚੱਕਰ ਬਣ ਜਾਣਾ ਹੈ। ਔਰ ਮੈਂ ਥੈਂਕਫੁਲ ਹਾਂ, ਮੈਂ ਹਮੇਸ਼ਾ ਇੱਕ ਗੱਲ ਕਹਿੰਦੀ ਹਾਂ ਕਿ ਮੈਨੂੰ ਰੰਗਮੰਚ ਦੀ ਦੁਨੀਆ ਦੇ ਵਿੱਚ ਪੈਦਾ ਕਰਨ ਵਾਲੇ ਡਾਕਟਰ ਆਤਮਜੀਤ ਜੀ ਨੇ, ਤੇ ਰੰਗਮੰਚ ਦੀ ਦੁਨੀਆ 'ਚ ਪਾਲ ਪੋਸ ਕੇ ਵੱਡਾ ਕਰਨ ਵਾਲੇ ਗੁਰਸ਼ਨ ਭਾਜੀ ਨੇ। ਜਦੋਂ ਤੁਹਾਡੀ ਸਟਾਰਟਿੰਗ ਹੋਈ, ਜਦੋਂ ਤੁਸੀਂ ਡਾਕਟਰ ਆਤਮਜੀਤ ਉਹਨਾਂ ਨੂੰ ਮਿਲੇ, ਉਹ ਸ਼ੁਰੂਆਤੀ ਦੌਰ ਜਿਹੜਾ, ਉਦੋਂ ਤੁਹਾਡੇ ਮਨ 'ਚ ਕੀ ਚੱਲਦਾ ਸੀ, ਜਾਂ ਤੁਹਾਨੂੰ ਕੀ ਲੱਗਦਾ ਸੀ ਕਿ ਮੈਂ ਆਹੀ ਕਰਨਾ, ਜਾਂ ਸਿਰਫ ਉਹ ਹਾਲਾਤਾਂ ਦੀ ਦੇਣ ਸੀ ਉਸ ਵਕਤ ਤੁਸੀਂ ਸਟੇਜ ਤੇ ਪਹੁੰਚ ਗਏ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ। ਉਦੋਂ ਤਾਂ ਬਹੁਤ ਛੋਟੇ ਸੀਗੇ, ਤਾਂ ਸਰ ਦੇ ਨਾਲ ਵੀ ਜਦੋਂ ਕਰਦੀ ਸੀ, ਮੈਂ 10th ਕਲਾਸ ਦੇ ਵਿੱਚ ਸੀ ਉਦੋਂ ਵੀ ਕੁਝ ਇਸ ਤਰ੍ਹਾਂ ਦਾ ਨਹੀਂ ਸੀ। ਹਾਂ, ਪਰ ਬਚਪਨ 'ਚ ਮੇਰਾ ਇੱਕ ਸ਼ੌਂਕ ਮੇਰਾ ਜ਼ਰੂਰ ਸੀਗਾ ਕਲਾਸੀਕਲ ਡਾਂਸਰ ਦਾ, ਤੇ ਮੈਂ ਕਲਾਸੀਕਲ ਡਾਂਸ 5th ਕਲਾਸ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਔਰ ਮਮਾ ਹੁਣੇ ਜਦੋਂ ਮੰਦਿਰ ਜਾਂਦੇ ਸੀ ਤਾਂ ਮੈਂ ਇੱਕ ਵੱਡਾ ਲੰਬਾ ਸ਼ੀਸ਼ਾ ਸੀ ਸਾਡੇ ਘਰ ਦੇ ਵਿੱਚ, ਮੈਂ ਉਤਾਰ ਕੇ ਨੀਚੇ ਰੱਖ ਲੈਣਾ ਉਹਨੂੰ, ਤੇ ਕਲਾਸੀਕਲ ਡਾਂਸ ਦੀ ਤਤਕਾਰ ਦੀ ਪ੍ਰੈਕਟਿਸ ਕਰਨੀ। ਤੇ ਉਦੋਂ ਜ਼ਰੂਰ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਵੱਡੇ ਹੋ ਕੇ ਨਾ ਕਲਾਸੀਕਲ ਡਾਂਸ ਦੀ ਟੀਚਰ ਬਣਨਾ। ਸੋ ਇਹ ਨਹੀਂ ਸੀ ਪਤਾ ਕਿ ਥੀਏਟਰ ਨੂੰ ਇੰਨਾ ਜ਼ਿਆਦਾ ਅਪਣਾ ਲਵਾਂਗੀ
ਤੇ ਡਾਂਸ ਕਿਤੇ ਪਿੱਛੇ ਰਹਿ ਗਿਆ, ਪਿੱਛੇ ਨਹੀਂ ਰਿਹਾ। ਹਾਂ, ਇੰਨਾ ਜ਼ਰੂਰ ਹੈ ਕਿ ਪਰਫਾਰਮੈਂਸ ਵਾਈਜ਼ ਉਸ ਲੈਵਲ ਨਾਲ ਨਹੀਂ ਮੈਂ ਕਰ ਪਾ ਰਹੀ, ਪਰ ਮੈਂ ਰੰਗਮੰਚ ਦੀ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਪਹੁੰਚ ਚੁੱਕੀ ਹਾਂ। ਇੱਕ ਸਵਾਲ ਮੈਮ ਮੇਰੇ ਜਹਨ 'ਚ ਹੁਣੇ ਉੱਭਰਿਆ, ਕਿਉਂਕਿ ਇੱਕ ਆਮ ਕਹਾਵਤ ਆ ਪੰਜਾਬੀ ਦੀ ਵੀ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ। ਮੈਨੂੰ ਲੱਗਦਾ ਵੀ ਤੁਹਾਡਾ, ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਡਾਕਟਰ ਆਤਮਜੀਤ ਹੁਣਾਂ ਨਾਲ ਤੁਸੀਂ ਸਟਾਰਟਿੰਗ 'ਚ ਕੰਮ ਕਰਿਆ, ਉਸ ਤੋਂ ਬਾਅਦ ਲੰਬਾ ਸਮਾਂ ਗੁਰਸ਼ਰਨ ਭਾਜੀ ਹੁਣਾਂ ਨਾਲ, ਇਹ ਜਿਹੜੇ ਦੋਨੋਂ ਬਹੁਤ ਮਹਾਨ ਹਸਤੀਆਂ ਨੇ, ਵੱਡੀਆਂ ਹਸਤੀਆਂ ਨੇ, ਪਰਸਨੈਲਿਟੀਜ਼ ਨੇ, ਇਹਨਾਂ ਦੋਹਾਂ ਦੇ ਜਿਹੜੇ ਸੁਭਾਅ, ਇਹਨਾਂ ਦੇ ਕੰਮ ਕਰਨ ਦੇ ਤਜਰਬੇ, ਨਜ਼ਰੀਆ, ਇਹਨਾਂ ਦੀ ਇੰਟਰਪ੍ਰੀਟੇਸ਼ਨ, ਸਭ ਕੁਝ ਤੁਸੀਂ ਕਿਵੇਂ ਸਮਝਦੇ ਹੋ ਵੀ ਕਿਵੇਂ ਭਿੰਨ ਸੀ, ਕਿਵੇਂ ਇੱਕ ਦੂਜੇ ਤੋਂ ਵੱਖਰੇ ਸੀ? ਗੁਰਸ਼ਨ ਭਾਜੀ ਦਾ ਸਾਰੇ ਜਾਣਦੇ ਨੇ ਕਿ ਗੁਰਸ਼ਨ ਭਾਜੀ ਆਪਣੀ ਥਾਟ ਨੂੰ ਲੈ ਕੇ ਚੱਲਦੇ ਸੀ ਤੇ ਆਪਣੀ ਗੱਲ ਕਹਿਣਾ, ਨਾਟਕ ਦੇ ਵਿੱਚ ਆਪਣੀ ਗੱਲ ਤੇ ਜ਼ੋਰ ਹੁੰਦਾ ਸੀ ਉਹਨਾਂ ਦੇ। ਅਸੀਂ ਕੋਈ ਤਾਮ-ਝਾਮ, ਕੋਈ ਸੈੱਟ, ਕੋਈ ਕੁਛ ਨਹੀਂ ਸੀ ਲਗਾਉਂਦੇ, ਬਿਲਕੁਲ ਸਿੱਧੀ ਤੇ ਸਪਸ਼ਟ ਗੱਲ ਕਰਨੀ ਹੀ ਗੁਰਸ਼ਨ ਭਾਜੀ ਦਾ ਮੁੱਦਾ ਸੀਗਾ। ਤੇ ਡਾਕਟਰ ਆਤਮਜੀਤ ਜੀ ਬਹੁਤ ਕਲਾਤਮਕ ਢੰਗ ਦੇ ਨਾਲ ਨਾਟਕ ਨੂੰ ਪੇਸ਼ ਕਰਦੇ ਨੇ ਤੇ ਉਹਨਾਂ ਦੇ ਬਹੁਤ ਸਾਰੇ ਨਾਟਕ, ਹਾਲਾਂਕਿ ਮੈਂ ਬਚਪਨ 'ਚ ਇਹ ਗੱਲ ਨੋਟ ਨਹੀਂ ਸੀ ਕੀਤੀ ਕਿਉਂਕਿ ਉਦੋਂ ਇੰਨੀ ਸਮਝ ਵੀ ਨਹੀਂ ਸੀ, ਅੱਜ ਵੀ ਅਸੀਂ ਸਿੱਖਦੇ ਜਾ ਰਹੇ ਹਾਂ। ਪਰ ਜਦੋਂ ਮੈਂ ਡਾਕਟਰ ਆਤਮਜੀਤ ਜੀ ਨਾਲ ਮੈਂ ਤਾਂ ਇੱਕ ਸਾਰੰਗੀ ਹਾਂ ਨਾਟਕ ਕੀਤਾ ਸੀ, ਤਾਂ ਉਦੋਂ ਬਹੁਤ ਚੰਗੀ ਤਰ੍ਹਾਂ ਸਮਝ ਲੱਗੀ ਇਸ ਗੱਲ ਦੀ ਕਿ ਸੱਚਮੁੱਚ ਦੋਨਾਂ ਦੇ ਵਿੱਚ ਬਹੁਤ ਵਖਰੇਵਾਂ ਹੈ। ਔਰ ਮੈਨੂੰ ਹਮੇਸ਼ਾ ਇਹ ਸੁਣਨ ਨੂੰ ਮਿਲਦਾ ਹੈ ਕਿ ਤੂੰ ਦੋਨਾਂ ਦਾ ਜ਼ਿਕਰ ਕਰਦੀ ਹੈ ਤੇ ਦੋਨੋਂ ਆਪਣੀ ਆਪਣੀ ਜਗ੍ਹਾ ਤੇ ਬਿਲਕੁਲ ਅਲੱਗ-ਅਲੱਗ ਨੇ। ਪਰ ਮੈਂ ਆਤਮਜੀਤ ਸਰ ਦੀ ਕਲਾਤਮਿਕਤਾ ਨੂੰ ਵੀ ਨਹੀਂ ਭੁੱਲ ਸਕਦੀ ਤੇ ਗੁਰਸ਼ਨ ਭਾਜੀ ਦੀ ਸਿੱਧੀ ਤੇ ਸਪਸ਼ਟ ਗੱਲ ਕਹਿਣ ਦੀ ਜਿਹੜਾ ਉਹਨਾਂ ਦਾ ਮਾਦਾ ਉਸ ਗੱਲ ਦੇ ਵਿੱਚ ਹੈ ਕਿ ਸਪਸ਼ਟ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਔਰ ਕਿਸੇ ਵੀ ਤਰ੍ਹਾਂ ਦੇ ਸਟੇਜ ਦੇ ਉੱਤੇ ਅਸੀਂ ਪਰਫਾਰਮ ਕਰ ਸਕੀਏ। ਇਹ ਸਭ ਕੁਝ ਦੋਨਾਂ ਕੋਲੋਂ ਮੈਂ ਸਿੱਖ ਕੇ ਦੋਨਾਂ ਨੂੰ ਨਾਲ ਲੈ ਕੇ ਹੀ ਚੱਲਦੀ ਹਾਂ। ਜੀ ਜੀ, ਜਿੱਥੇ ਮੈਨੂੰ ਲੱਗਦਾ ਹੈ ਕਿ ਇੱਥੇ ਮੈਂ ਪੂਰੀ ਤਰ੍ਹਾਂ ਨਾਲ ਕਲਾਤਮਕ ਢੰਗ ਨਾਲ ਖੇਡ ਸਕਦੀ ਹਾਂ ਉੱਥੇ ਖੇਡਦੀ ਹਾਂ, ਜਿੱਥੇ ਮੈਨੂੰ ਲੱਗਦਾ ਹੈ ਬਿਲਕੁਲ ਸਿੰਪਲ ਤੇ ਸਪਸ਼ਟ ਗੱਲ ਕਰਨੀ ਹੈ ਉੱਥੇ ਵੀ ਉਸੇ ਤਰ੍ਹਾਂ ਪਰਫਾਰਮ ਕਰਦੀ। ਜੀ ਜੀ, ਗੁਰਸ਼ਰਨ ਭਾਜੀ ਹੁਣਾਂ ਬਾਰੇ ਆਪਾਂ ਹੋਰ ਵੀ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ, ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ। ਤੁਸੀਂ ਵੱਧ ਤੋਂ ਵੱਧ ਜੁੜੋ, ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਇਸ ਵਕਤ, ਕਿਉਂਕਿ ਇਹ ਅਜੇ ਲਗਭਗ ਅੱਧਾ ਪੌਣਾ ਘੰਟਾ ਅਜੇ ਹੋਰ ਚੱਲੇਗਾ, ਇਸ ਕਰਕੇ ਵੱਧ ਤੋਂ ਵੱਧ ਆਡੀਅנס ਜੁੜੇ। ਪ੍ਰੋਗਰਾਮ ਲਾਈਵ ਚੱਲ ਰਿਹਾ ਜੀ। ਮੈਮ ਅਗਲਾ ਸਵਾਲ ਆਪਾਂ ਅਜੇ ਗੁਰਸ਼ਰਨ ਭਾਜੀ ਬਾਰੇ ਹੋਰ ਗੱਲ ਕਰ ਲਈਏ। ਉਹਨਾਂ ਦੇ ਜਾਣ ਤੋਂ ਬਾਅਦ ਤੁਸੀਂ ਲਗਭਗ 16 ਸਾਲ ਤੋਂ, ਪਿਛਲੇ 16 ਸਾਲ ਤੋਂ ਇਹ ਜਿਹੜਾ ਇੱਕ ਫੈਸਟੀਵਲ ਕਰਵਾ ਰਹੇ ਹੋ ਉਹਨਾਂ ਦੀ ਯਾਦ ਵਿੱਚ। ਇਸ ਤੋਂ ਇਲਾਵਾ ਤੁਸੀਂ ਇੱਕ ਉਹਨਾਂ ਦੇ ਘਰ ਦੇ ਵਿੱਚ ਉਹ ਗੈਲਰੀ ਬਣਾਈ ਹੋਈ ਹੈ ਜਿਹੜੀ ਗੁਰਸ਼ਰਨ ਸਿੰਘ ਮੈਮੋਰੀਅਲ ਜਿਹੜੀ ਗੈਲਰੀ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਅਸੀਂ ਨਾ 2004 ਦੇ ਵਿੱਚ ਅਮਰੀਕਾ ਗਏ ਸੀਗੇ ਗੁਰਸ਼ਨ ਭਾਜੀ ਨੂੰ ਲੈ ਕੇ ਜੀ। ਭਾਜੀ ਦੇ ਨਾਲ ਹੀ ਟੂਰ ਸੀਗਾ ਸਾਡਾ ਉਹ। ਤੇ ਅਸੀਂ ਜਦੋਂ ਭਾਜੀ ਨੂੰ ਕਾਲੀਦਾਸ ਅਵਾਰਡ ਮਿਲਿਆ ਸੀ ਜੀ, ਉਦੋਂ ਅਸੀਂ ਇਹ ਸੋਚਿਆ ਕਿ ਭਾਜੀ ਨੂੰ ਐਡਾ ਵੱਡਾ ਅਵਾਰਡ ਮਿਲਿਆ, ਸਰਕਾਰਾਂ ਉਹਨਾਂ ਨੂੰ ਕੰਸੀਡਰ ਕਰ ਰਹੀਆਂ ਨੇ, ਸੰਗੀਤ ਨਾਟਕ ਅਕੈਡਮੀ ਦਾ ਅਵਾਰਡ ਮਿਲਿਆ ਤੇ ਅਸੀਂ ਕਲਾਕਾਰ ਜੋ ਉਹਨਾਂ ਦੀ ਬਦੌਲਤ ਵਿਦੇਸ਼ਾਂ ਤੱਕ ਪਹੁੰਚੇ ਆ, ਉਹਨਾਂ ਦੀ ਬਦੌਲਤ ਅੱਜ ਲਗਾਤਾਰ ਫੀਲਡ ਦੇ ਵਿੱਚ ਕੰਮ ਕਰ ਰਹੇ ਆ, ਸਾਨੂੰ ਵੀ ਕੁਝ ਕਰਨਾ ਚਾਹੀਦਾ। ਸੋ 2004 ਦੇ ਵਿੱਚ ਜਦੋਂ ਅਸੀਂ ਅਮਰੀਕਾ ਗਏ ਤਾਂ ਉੱਥੇ ਮੈਂ ਤੇ ਸ਼ਬਦੀਸ਼ ਨੇ ਪੂਰੀ ਤਰ੍ਹਾਂ ਮਨ ਬਣਾ ਲਿਆ ਕਿ ਆਪਾਂ ਇਹਦਾ ਵਾਪਸ ਜਾ ਕੇ ਇਸ ਇਸ਼ੂ ਦੇ ਉੱਤੇ ਕੰਮ ਕਰਨਾ ਹੈ। ਤੇ ਆਪਾਂ ਕਿੱਦਾਂ ਕਰਨਾ ਹੈ ਕੁਝ ਨਹੀਂ ਸੀ ਕਲੀਅਰ ਹੈਗਾ। ਇੰਨਾ ਜ਼ਰੂਰ ਸੀਗਾ ਕਿ ਇਹ ਸੋਚ ਲਿਆ ਸੀਗਾ ਕਿ ਆਪਾਂ ਕਿਉਂ ਨਾ ਗੁਰਸ਼ਰਨ ਸਿੰਘ ਨਾਟ ਉਤਸਵ ਸ਼ੁਰੂ ਕਰੀਏ। ਆਪਣੇ ਜਿਹੜੇ ਸਰਕਲ ਦੇ ਵਿੱਚ ਸਾਡੇ ਟੀਮ ਦੇ ਮੈਂਬਰ ਸੀਗੇ ਸਾਰੇ, ਉਹਨਾਂ ਨਾਲ ਅਸੀਂ ਡਿਸਕਸ ਕੀਤਾ, ਸਭ ਨੇ ਚੰਗਾ ਹੁੰਗਾਰਾ ਦਿੱਤਾ ਤੇ ਉਹ ਫੈਸਟੀਵਲ ਸਾਡਾ 2004 ਦੇ ਵਿੱਚ ਦਸੰਬਰ ਦੇ ਵਿੱਚ ਅਸੀਂ ਕੀਤਾ ਸੀ। ਬਹੁਤ ਵਧੀਆ ਰਿਹਾ, 2 ਦਿਨ ਦਾ ਹੀ ਕੀਤਾ ਸੀ ਉਦੋਂ ਟੈਗੋਰ ਥੀਏਟਰ ਦੇ ਵਿੱਚ। ਕੋਈ ਸਪਾਂਸਰਸ਼ਿਪ ਨਹੀਂ ਸੀ, ਕੋਈ ਕੁਝ ਨਹੀਂ ਸੀਗਾ, ਆਪਣੇ ਕੋਲੋਂ ਹੀ ਕੀਤਾ ਸੀਗਾ, ਸਿਰਫ ਇੱਕ ਉਸ ਹਸਤੀ ਨੂੰ ਰਿਗਾਰਡ ਕਰਨ ਵਾਸਤੇ, ਉਸ ਹਸਤੀ ਨੂੰ ਸਨਮਾਨਿਤ ਕਰਨ ਵਾਸਤੇ। ਸਨਮਾਨ ਦੇ ਰੂਪ ਵਿੱਚ ਕੋਈ ਮੋਮੈਂਟੋ ਜਾਂ ਲੋਈ ਦੇ ਕੇ ਨਹੀਂ ਸੀ ਕਰਨਾ ਚਾਹੁੰਦੇ, ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਇਸੇ ਦੇ ਵਿੱਚੋਂ ਹੀ, ਇਸ ਵੱਖਰੇਵੇਂ ਦੇ ਵਿੱਚੋਂ ਹੀ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ ਹੋਇਆ ਸੀ। ਮੈਮ ਤੁਹਾਡਾ ਥੀਏਟਰ ਦਾ ਬਹੁਤ ਲੰਬਾ ਤਜਰਬਾ, ਜੇ ਸਾਲ ਗਿਣ ਲੱਗ ਜਾਈਏ ਤਾਂ 1993 ਤੋਂ ਲੈ ਕੇ 27 ਸਾਲ ਬਣਦੇ ਨੇ। ਜੇ ਉਸ ਤੋਂ ਪਹਿਲਾਂ ਵੀ ਗੱਲ ਕਰੀਏ, ਤੁਸੀਂ 89 ਤੋਂ ਸ਼ੁਰੂਆਤ ਕੀਤੀ ਤਾਂ 31 ਸਾਲ ਬਣ ਗਏ। ਮੇਰਾ ਸਵਾਲ ਇੱਥੇ 2 ਸਵਾਲ ਹੋ ਜਾਣੇ ਨੇ ਕਿ ਇਹਨਾਂ 31 ਸਾਲਾਂ ਦੇ ਵਿੱਚ ਥੀਏਟਰ ਦੇ ਵਿੱਚ ਤੁਸੀਂ ਕੀ ਬਦਲਾਅ ਦੇਖਿਆ, ਚਾਹੇ ਉਹ ਤਕਨੀਕ ਦੇ ਪੱਖੋਂ, ਚਾਹੇ ਕੰਟੈਂਟ ਦੇ ਪੱਖੋਂ, ਚਾਹੇ ਪੇਸ਼ਕਾਰੀ ਦੇ ਪੱਖੋਂ। ਤੇ ਜੇ ਕਦੋਂ ਦੂਜਾ ਸਵਾਲ ਵੀ ਨਾਲ ਹੀ ਕਰਦਾ ਕਿ ਇਹਦੇ ਵਿੱਚ ਤੁਸੀਂ, ਮੈਨੂੰ ਲੱਗਦਾ ਵੀ ਸੈਂਕੜੇ ਕਿਰਦਾਰ ਕੀਤੇ ਹੋਣਗੇ ਵੱਖ-ਵੱਖ, ਚਾਹੇ ਉਹ ਨਾਟਕਾਂ ਦੇ ਵਿੱਚ, ਚਾਹੇ ਫਿਲਮਾਂ ਦੇ ਵਿੱਚ।
ਇਹਦੇ ਵਿੱਚ ਜਿਹੜੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਐਜ ਏ ਐਕਟਰ ਕੀ ਬਦਲਾਅ ਤੁਸੀਂ ਮਹਿਸੂਸ ਕੀਤਾ, ਕੀ ਗਰੋਥ ਮਹਿਸੂਸ ਇਹ ਹੁਣ ਤੱਕ ਤੁਸੀਂ ਸਮਝਦੇ ਹੋ ਵੀ ਕੀਤੀ? ਬਹੁਤ ਜ਼ਿਆਦਾ। ਮੈਂ ਜੇ ਆਪਣੇ ਬਚਪਨ ਤੋਂ ਗੱਲ ਕਰਾਂ, ਲਗਾਤਾਰ ਮੈਂ ਨਾਟਕ ਕਰਦੀ ਆ ਰਹੀ ਹਾਂ, ਔਰ ਜਦੋਂ ਥੋੜੀ ਜੀ ਸਮਝ ਆਉਣ ਲੱਗੀ ਹੈ ਨਾਟਕ ਦੀ, ਉਦੋਂ ਤੋਂ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਬਦਲਾਵ ਆਇਆ ਹੈ ਪੰਜਾਬੀ ਰੰਗਮੰਚ ਦੇ ਵਿੱਚ। ਇੱਕ ਦਿਨ ਉਹ ਸੀਗਾ ਜਦੋਂ ਅਸੀਂ ਪਹਿਲੀ ਵਾਰੀ ਨਾਟਕ ਕੀਤਾ ਸੀ ਆਪਣੇ ਗਰੁੱਪ ਵੱਲੋਂ, ਸੁਚੇਤਕ ਰੰਗਮੰਚ ਵੱਲੋਂ, ਇਨਾਂ ਦੀ ਆਵਾਜ਼। ਤੇ ਇਨਾਂ ਦੀ ਆਵਾਜ਼ ਨਾਟਕ ਕਰਦੇ ਹੋਏ ਅਸੀਂ ਕਰਟਨ ਦੇ ਵਿੱਚੋਂ ਐਦਾਂ ਕਰਕੇ ਦੇਖਦੇ ਸੀ ਕਿ ਬਾਹਰ ਕਿੰਨੇ ਬੰਦੇ ਆ ਗਏ। ਸੋ ਅੱਜ ਦਰਸ਼ਕ ਸਾਨੂੰ ਖੁਦ ਪੁੱਛਦੇ ਨੇ ਕਿ ਨੈਕਸਟ ਤੁਸੀਂ ਕਿਹੜਾ ਨਾਟਕ ਦਿਖਾ ਰਹੇ ਹੋ ਸਾਨੂੰ। ਇਹੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬੜੀ ਵੱਡੀ ਚੇਂਜ ਹੈ। ਦਰਸ਼ਕ ਬਹੁਤ ਜੁੜੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ, ਔਰ ਟੈਕਨੀਕ ਪੱਖੋਂ ਵੀ ਬਹੁਤ ਫਰਕ ਆਇਆ ਹੈ। ਅਸੀਂ ਖੁਦ ਵੀ ਬਹੁਤ ਕੁਝ ਸਿੱਖਿਆ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ। ਔਰ ਜਿਹੜਾ ਤੁਸੀਂ ਦੂਸਰੀ ਗੱਲ ਕੀਤੀ ਹੈ ਜਿਹੜੀ ਕਿ ਮੇਰੇ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਦਲਾਵ ਆਇਆ, ਜੇ ਮੈਂ ਕਹਾਂ ਕਿ ਅੱਜ ਮੈਂ ਜ਼ਿੰਦਾ ਹਾਂ ਤਾਂ ਸਿਰਫ ਤੇ ਸਿਰਫ ਰੰਗਮੰਚ ਦੀ ਬਦੌਲਤ ਜ਼ਿੰਦਾ। ਜੇ ਰੰਗਮੰਚ ਨਾ ਹੁੰਦਾ ਤਾਂ ਅੱਜ ਅਨੀਤਾ ਤੁਹਾਡੇ ਸਾਹਮਣੇ ਨਾ ਹੁੰਦੀ। ਮੈਨੂੰ ਜ਼ਿੰਦਗੀ ਦਿੱਤੀ ਹੈ ਰੰਗਮੰਚ ਨੇ, ਇਸੇ ਕਰਕੇ ਮੈਂ ਰੰਗਮੰਚ ਕਦੀ ਛੱਡ ਨਹੀਂ ਸਕਦੀ। ਮੇਰੀ ਜ਼ਿੰਦਗੀ ਦਾ ਇਹ ਅਸੂਲ ਹੈ ਕਿ ਕਿਸੇ ਕਰਕੇ ਵੀ ਮੈਂ ਜੇ ਕੁਝ ਵੀ ਅਚੀਵ ਕੀਤਾ ਹੋਵੇ ਤਾਂ ਮੈਂ ਉਸ ਬੰਦੇ ਨੂੰ, ਉਸ ਸ਼ਖਸ ਨੂੰ, ਉਸ ਮਾਹੌਲ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਤੇ ਰੰਗਮੰਚ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਰੰਗਮੰਚ ਮੇਰੀ ਰੂਹ ਦੀ ਖੁਰਾਕ ਹੈ। ਵੈਸੇ ਹਰ ਰੰਗਕਰਮੀ ਦੀ ਰੂਹ ਦੀ ਖੁਰਾਕ ਹੈ, ਪਰ ਮੈਂ ਮੰਨਦੀ ਹਾਂ ਕਿ ਮੈਨੂੰ ਖੜਾ ਕਰਨ ਵਾਲਾ ਰੰਗਮੰਚ ਹੈ, ਜੋ ਵੀ ਹਾਂ ਅੱਜ ਰੰਗਮੰਚ ਦੀ ਬਦੌਲਤ ਹਾਂ। ਇਸ ਕਰਕੇ ਮੈਂ ਛੱਡ ਨਹੀਂ ਸਕਦੀ ਇਸ ਚੀਜ਼ ਨੂੰ। ਜੀ ਮੈਮ, ਸਵਾਲ ਜਵਾਬ ਆਪਣੇ ਜਾਰੀ ਰਹਿਣਗੇ। ਉਸ ਤੋਂ ਪਹਿਲਾਂ ਬਹੁਤ ਸਾਰੇ ਕਮੈਂਟ ਆ ਚੁੱਕੇ ਨੇ, ਮੈਂ ਲਾਈਵ ਕਮੈਂਟ ਪੜ੍ਹ ਦੇਵਾਂ, ਥੋੜੇ ਜਿਹੇ ਨਾਮ ਪੜ੍ਹ ਦੇਵਾਂ। ਗੈਰੀ ਸੋਮਲ, ਰਾਸ਼ੀ ਕਪੂਰ ਹੁਣੀ, ਲੱਖਾ ਲਹਿਰੀ ਹੁਣੀ ਮੁਬਾਰਕਬਾਦ ਦੇ ਰਹੇ ਨੇ। ਸੰਦੀਪ ਸ਼ਰਮਾ ਕਹਿ ਰਹੇ ਨੇ ਕਿ ਬਹੁਤ ਵਧੀਆ। ਸੰਦੀਪ ਸ਼ਰਮਾ ਹੋਣਾ ਤੋਂ ਬਾਅਦ ਜਸਪ੍ਰੀਤ ਕੌਰ ਕਹਿ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ। ਜਗਜੀਤ ਸਰੀਨ ਹੁਣੀ ਕਹਿ ਰਹੇ ਨੇ ਕਿ ਬਹੁਤ ਵਧੀਆ, ਪਰ ਥੋੜਾ ਨੈਟਵਰਕ ਪ੍ਰੋਬਲਮ ਦੀ ਗੱਲ ਕਰ ਰਹੇ ਨੇ। ਇਸ ਤੋਂ ਇਲਾਵਾ ਵਰਿਆਮ ਮਸਤ ਜੀ ਕਹਿ ਰਹੇ ਨੇ ਕਿ ਬੈਸਟ ਆਫ ਲੱਕ ਫॉर ਸ਼ੋ। ਥੈਂਕ ਯੂ ਸਰ, ਬਹੁਤ ਜ਼ਿਆਦਾ ਧੰਨਵਾਦ। ਸੰਦੀਪ ਸ਼ਰਮਾ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ, ਗੁੱਡ ਐਫਰਟ। ਗੁਰਦੀਪ ਸਿੰਘ ਕਹਿ ਰਹੇ ਨੇ ਗ੍ਰੇਟ, ਤੇ ਕੁਲਦੀਪ ਸਿੰਘ ਕਹਿ ਰਹੇ ਨੇ ਕਿ ਬਹੁਤ ਵਧੀਆ ਉਪਰਾਲਾ। ਹੋਰ ਵੀ ਇਸ ਤੋਂ ਇਲਾਵਾ ਬਹੁਤ ਸਾਰੇ ਕਮੈਂਟ ਨੇ, ਸੋ ਆਪਾਂ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰੱਖਦੇ ਹਾਂ। ਮੈਮ, ਤੁਸੀਂ ਅਦਾਕਾਰੀ ਦੇ ਖੇਤਰ ਵਿੱਚੋਂ, ਜੇ ਹੁਣ ਮੈਂ ਥੋੜਾ ਜਿਹਾ ਪਰਸਨਲ ਤੁਹਾਨੂੰ ਮੋੜ ਲਾਂ ਘਰ ਵੱਲ, ਤਾਂ ਤੁਹਾਡੇ ਹਸਬੈਂਡ ਸ਼ਬਦੀਸ਼ ਜੀ ਉਹ ਕਵੀ ਨੇ, ਕਵੀ ਦੇ ਨਾਲ ਨਾਲ ਨਾਟਕਕਾਰ ਨੇ। ਘਰ ਦਾ ਜਿਹੜਾ ਮਾਹੌਲ ਆ, ਜਿਹੜੇ ਸਾਰੇ ਆਰਟਿਸਟ ਨੇ, ਜਿੱਥੇ ਕਿਵੇਂ ਕਲਾਤਮਕ ਜਿਹਾ ਰਹਿੰਦਾ ਜਾਂ ਫਿਰ ਕਦੇ ਕਦੇ ਭਾਂਡੇ ਖੜਕ ਜਾਂਦੇ ਨੇ? ਨਹੀਂ ਜੀ, ਭਾਂਡੇ ਸਾਡੇ ਘੱਟ ਖੜਕਦੇ ਨੇ, ਕੰਮ ਜ਼ਿਆਦਾ ਹੁੰਦਾ ਹੈ ਸਾਡੇ ਘਰ ਦੇ ਵਿੱਚ। ਸਾਡੇ ਘਰ 'ਚ ਜੇ ਤੁਸੀਂ ਦੇਖ ਲਓ ਤਾਂ ਹਮੇਸ਼ਾ ਨਾਟਕ ਦੀ ਹੀ ਗੱਲ ਹੁੰਦੀ ਹੈ, ਸਾਹਿਤ ਦੀ ਹੀ ਗੱਲ ਹੁੰਦੀ ਹੈ। ਔਰ ਮੈਨੂੰ ਸੱਚੀ ਮੁੱਚੀ ਮੈਂ ਬਹੁਤ ਲੱਕੀ ਮਹਿਸੂਸ ਕਰਦੀ ਹਾਂ ਕਿ ਮੈਨੂੰ ਸ਼ਬਦੀਸ਼ ਮਿਲਿਆ, ਸ਼ਬਦਾਂ ਦਾ ਇਸ਼ਕ। ਕਿਉਂਕਿ ਕੋਈ ਵੀ ਨਾਟਕ, ਕਹਾਣੀ ਜਾਂ ਕੁਝ ਵੀ ਕਰਨਾ ਹੁੰਦਾ ਹੈ, ਉਹਨਾਂ ਨਾਲ ਪੂਰੀ ਤਰ੍ਹਾਂ ਨਾਲ ਡਿਸਕਸ ਹੁੰਦਾ ਹੈ, ਔਰ ਵਧੀਆ ਢੰਗ ਨਾਲ ਅਸੀਂ ਉਸਦੇ ਉੱਤੇ ਵਰਕ ਵੀ ਕਰਦੇ ਹਾਂ। ਇੱਥੇ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਜੇ ਲੱਖਾ ਭਾਜੀ ਆਨਲਾਈਨ ਨੇ, ਮੈਨੂੰ ਨਿਰਦੇਸ਼ਕ ਬਣਾਉਣ ਵਾਲੇ ਲੱਖਾ ਲਹਿਰੀ ਜੀ ਨੇ। ਮੈਂ ਸੱਚਮੁੱਚ ਉਹਨਾਂ ਦੀ ਹਮੇਸ਼ਾ ਥੈਂਕਫੁਲ ਰਵਾਂਗੀ ਕਿ ਮੈਨੂੰ ਰੰਗਮੰਚ ਦੀ ਦੁਨੀਆ ਨਾਲ, ਜਿੱਦਾਂ ਮੈਂ ਕਹਿੰਦੀ ਹਾਂ ਕਿ ਡਾਕਟਰ ਆਤਮਜੀਤ ਜੀ ਨੇ ਜੋੜਿਆ, ਪਰ ਮੈਨੂੰ ਨਿਰਦੇਸ਼ਕ ਦੇ ਤੌਰ ਦੇ ਉੱਤੇ ਮੈਨੂੰ ਭਾਜੀ ਨੇ ਹੀ ਹਿੰਮਤ ਦਿੱਤੀ ਹੈ, ਲੱਖਾ ਲਹਿਰੀ ਭਾਜੀ ਨੇ। ਥੈਂਕ ਯੂ ਲੱਖਾ ਲਹਿਰੀ ਭਾਜੀ ਜੀ। ਮੈਂ ਅਗਲਾ ਸਵਾਲ ਲੈਂਦੇ ਹਾਂ ਕਿ ਇਹ ਹੁਣ ਤੱਕ ਸੈਂਕੜੇ ਕਿਰਦਾਰ ਕੀਤੇ ਨੇ, ਅਜੇ ਕੋਈ ਸ਼ਾਹਕਾਰ ਕਿਰਦਾਰ ਜਿਹੜਾ ਤੁਸੀਂ ਤੁਹਾਡੇ ਮਨ 'ਚ ਹੋਵੇ ਮੈਂ ਇਸ ਤਰ੍ਹਾਂ ਦਾ ਕਰਨਾ ਆ? ਨਹੀਂ, ਮੈਂ ਦੇਖੋ, ਮੈਂ ਨਾ ਕੁਝ ਵੀ ਇਹੋ ਜਿਹਾ ਟੀਚਾ ਨਹੀਂ ਮਿੱਥਿਆ ਹੋਇਆ ਕਿ ਮੈਂ ਇਸ ਮੁਕਾਮ ਤੇ ਜਾ ਕੇ ਆਹ ਕਿਰਦਾਰ ਕਰਨਾ ਤੇ ਫਿਰ ਉਸ ਤੋਂ ਬਾਅਦ ਕੀ ਹੋਏਗਾ, ਉਸ ਤੋਂ ਅਗਲਾ ਫਿਰ ਟੀਚਾ ਕੀ ਮਿੱਥਾਂਗੇ। ਮੈਂ ਤਾਂ ਕੰਟੀਨਿਊਟੀ ਦੇ ਵਿੱਚ ਕੰਮ ਕਰਦੇ ਜਾਣਾ ਚਾਹੁੰਦੀ ਹਾਂ, ਸਮੂਥਲੀ। ਮੈਂ ਕਦੇ ਵੀ ਇਹੋ ਜਿਹਾ ਇੱਛਾ ਜ਼ਾਹਰ ਨਹੀਂ ਕੀਤੀ, ਪਰ ਹਾਂ ਇੱਕ ਜ਼ਰੂਰ ਸੀਗਾ ਕਿ ਜਦੋਂ ਮੈਂ ਗੁਰਸ਼ਨ ਭਾਜੀ ਦੇ ਨਾਲ ਨਾਟਕ ਕਰਦੀ ਹੁੰਦੀ ਸੀ ਜੀ, ਤਾਂ ਅਸੀਂ ਜਦੋਂ ਜਾਂਦੇ ਸੀਗੇ ਤਾਂ ਸਾਹਿਤ ਪੜ੍ਹਨ ਦਾ ਉਦੋਂ ਬਹੁਤ ਜ਼ਿਆਦਾ ਮੌਕਾ ਮਿਲਦਾ ਸੀ। ਤੇ ਅਸੀਂ ਲੁਧਿਆਣੇ ਚੇਤਨਾ ਪ੍ਰਕਾਸ਼ਨ ਤੋਂ ਮੈਂ ਇੱਕ ਬੁੱਕ ਖਰੀਦੀ ਸੀ, ਨਟੀ ਬਿਨੋਦਨੀ। ਉਹ ਹਿੰਦੀ ਦਾ ਨਾਟਕ ਸੀਗਾ, ਨਟੀ ਬਿਨੋਦਨੀ। ਤੇ ਮੈਂ ਉਹ ਨਾਟਕ ਜਦੋਂ ਪੜ੍ਹਿਆ, ਮੈਨੂੰ ਲੱਗਿਆ, ਖਰੀਦਿਆ ਮੈਂ ਇਸ ਕਰਕੇ ਸੀ ਕਿ ਮੈਨੂੰ ਲੱਗਿਆ ਕਿ ਕਿਸੇ ਡਾਂਸਰ ਦੀ ਲਾਈਫ ਬਾਰੇ ਹੋਏਗਾ, ਮੇਬੀ ਕਿਸੇ ਡਾਂਸਰ ਦੇ ਉੱਤੇ ਨਾਟਕ ਹੈ, ਤਾਂ ਖਰੀਦਿਆ ਮੈਂ ਇਸ ਚੱਕਰ 'ਚ ਸੀ। ਲੇਕਿਨ ਜਦੋਂ ਮੈਂ ਉਹਨੂੰ ਪੜ੍ਹਿਆ, ਮੈਂ ਬਹੁਤ, ਮੇਰਾ ਮਤਲਬ, ਮੈਂ ਹੈਰਾਨ ਹੋ ਗਈ ਕਿ
1874 ਦੇ ਵਿੱਚ ਕੋਈ ਔਰਤ ਥੀਏਟਰ ਨੂੰ ਇੰਨਾ ਸੀਰੀਅਸਲੀ ਲੈ ਕੇ ਇਸ ਕਦਰ ਕੰਮ ਕੀਤਾ ਹੋਏਗਾ, ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰਾ ਦਿਲ ਕੀਤਾ ਕਿ ਮੈਂ ਉਸ ਉੱਤੇ ਨਾਟਕ ਕਰਾਂ ਜੀ। ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਉਹਨੂੰ ਖੇਡਣਾ ਚਾਹੁੰਦੀ ਆ, ਪਰ ਮੈਂ ਡਾਇਰੈਕਟ ਨਹੀਂ ਸੀ ਕਰਨਾ ਚਾਹੁੰਦੀ। ਪਰ ਉਹ ਇਹ ਕਿ ਹੌਲੀ ਹੌਲੀ ਟਾਈਮ ਲੱਗਿਆ, ਮੈਨੇਜ ਕੀਤਾ, ਡਾਇਰੈਕਟ ਵੀ ਕੀਤਾ ਤੇ ਐਕਟ ਵੀ ਕੀਤਾ। ਉਹ ਨਾਟਕ ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੈਨੂੰ ਲੱਗਦਾ ਹੈ ਕਿ ਔਰਤਾਂ ਦੀ ਥੀਏਟਰ ਦੇ ਵਿੱਚ ਕੰਮ ਕਰਨ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਅੱਜ ਵੀ ਉਸੇ ਤਰ੍ਹਾਂ ਹੈ। ਇੰਨੇ ਸਾਲਾਂ ਬਾਅਦ ਵੀ ਕੋਈ ਫਰਕ ਨਹੀਂ ਹੈ। ਫਰਕ ਥੋੜਾ ਬਹੁਤ ਜ਼ਰੂਰ ਹੈ ਲੇਕਿਨ ਪੂਰੀ ਤਰ੍ਹਾਂ ਨਹੀਂ। ਸੋ ਉਹ ਨਾਟਕ ਮੇਰੇ ਦਿਲ ਦੇ ਬਹੁਤ ਕਰੀਬ ਹੈ। ਉਹਨੂੰ ਮੈਂ ਜ਼ਰੂਰ ਕਹਿੰਦੀ ਸੀ ਕਿ ਮਰਨ ਤੋਂ ਪਹਿਲਾਂ ਮੈਂ ਇਹ ਨਾਟਕ ਖੇਡ ਕੇ ਜਾਣਾ ਹੈ। ਜੀ 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 ਮੈਮ, ਇੱਕ ਦੋ ਸਵਾਲ ਹੋਰ ਕਰਾਂਗੇ। ਉਧਰੋਂ ਗੁਰਵਿੰਦਰ ਜੀ ਦਾ ਇਸ਼ਾਰਾ ਵੀ ਆ ਰਿਹਾ ਵੀ ਤੁਸੀਂ ਥੋੜਾ ਕਲੋਜ਼ ਕਰੋ, ਵਾਈਂਡ ਅਪ ਕਰੋ, ਕਿਉਂਕਿ ਅਗਲਾ ਵੀ ਅਗਲੇ ਸੈਗਮੈਂਟ 'ਚ ਜਾਣਾ ਆਪਾਂ। ਮੈਂ ਥੋੜਾ ਦੁਬਾਰਾ ਇੱਕ ਵਾਰੀ ਜਿਹੜੇ ਕਮੈਂਟ ਆਏ ਨੇ ਉਹ ਪੜ੍ਹਦੇ ਹਾਂ ਜੀ। ਰਾਹੁਲ ਰਾਏ ਜੀ ਲਿਖਦੇ ਨੇ ਬਹੁਤ ਵਧੀਆ ਮੈਮ। ਰਮਨ ਢਿੱਲੋਂ ਕੰਗਰੈਸ ਕਹਿ ਰਹੇ ਨੇ ਅਨੀਤਾ ਸ਼ਬਦੀਪ ਜੀ। ਰਮਨ ਢਿੱਲੋਂ ਕਹਿ ਰਹੇ ਨੇ ਨਟੀ ਬਨੋਦਨੀ। ਤੇ ਹਰਵਿੰਦਰ ਕੌਰ ਬਬਲੀ ਜੀ ਕਹਿ ਰਹੇ ਨੇ ਕਿ ਅਨੀਤਾ ਯੂ ਆਰ ਵੈਰੀ ਸੈਂਸਿਬਲ ਐਕਟਰੈਸ, ਕੀਪ ਡੂਇੰਗ ਗੁੱਡ ਵਰਕ ਐਂਡ ਬੈਸਟ ਵਿਸ਼ੇਸ। ਤੇ ਸੋ ਹੋਰ ਵੀ ਇਸ ਤੋਂ ਇਲਾਵਾ ਬਹੁਤ ਸਾਰੇ ਕਮੈਂਟ ਨੇ, ਮਤਲਬ ਥੋੜੇ ਸ਼ੋ ਹੋ ਰਹੇ ਨੇ। ਤੇ ਅਗਲਾ ਸਵਾਲ ਆਪਾਂ ਇਹੀ ਕਰਦੇ ਹਾਂ ਜੀ, ਅੱਜ ਤੁਸੀਂ ਸਾਨੂੰ ਕਿਹੜੀ ਪੇਸ਼ਕਾਰੀ ਦਿਖਾਉਣ ਜਾ ਰਹੇ ਹੋ? ਮੈਂ ਮਨ ਮਿੱਟੀ ਦਾ ਬੋਲਿਆ ਨਾਟਕ ਹੈ, ਸੋਲੋ ਪਲੇ ਹੈ ਮੇਰਾ, ਸ਼ਬਦੀਸ਼ ਦਾ ਹੀ ਲਿਖਿਆ ਹੋਇਆ ਹੈ। ਔਰ ਉਹ ਨਾਟਕ ਰੀਅਲ ਇਨਸੀਡੈਂਟਸ ਨੂੰ ਲੈ ਕੇ ਹੈ, ਸੱਚੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਉਹ ਨਾਟਕ ਹੈ, ਰੇਪ ਕੇਸਿਸ ਨੂੰ ਲੈ ਕੇ। ਔਰ ਉਸ ਨਾਟਕ ਦੇ ਵਿੱਚੋਂ ਹੀ ਮੈਂ ਕੁਝ ਸੀਨ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਮਨ ਮਿੱਟੀ ਦਾ ਬੋਲਿਆ। ਠੀਕ ਹੈ ਮੈਮ। ਮੈਮ ਗੱਲਾਂ ਤੇ ਬਹੁਤ ਨੇ, ਮਗਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ ਜਿਹਦੇ ਵਿੱਚ ਵਿਚਾਰ ਚਰਚਾ, ਉਹਦੇ ਵਿੱਚ ਆਪਾਂ ਦਰਸ਼ਕਾਂ ਦੇ ਸਵਾਲ ਵੀ ਲੈ ਲਾਂਗੇ, ਸਾਰਾ ਕੁਝ। ਤੇ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਦੱਸਦਾ ਕਿ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ। ਹੁਣ ਤੁਸੀਂ ਲਾਈਵ ਪਰਫਾਰਮੈਂਸ ਦੇਖੋਗੇ ਜਿਹੜੀ ਹੁਣ ਕੁਝ ਸੈਕਿੰਡਾਂ, ਕੁਝ ਇੱਕ ਅੱਧੇ ਮਿੰਟ ਔਰ ਕੁਝ ਸੈਕਿੰਡਾਂ 'ਚ ਹੀ ਤੁਹਾਡੇ ਸਾਹਮਣੇ ਪੇਸ਼ ਹੋ ਰਹੀ ਆ। ਤੇ ਉਸ ਤੋਂ ਬਾਅਦ ਵਿਚਾਰ ਚਰਚਾ ਜਾਰੀ ਰਹੇਗੀ। ਸੋ ਮੈਮ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜੁੜੇ ਰਹਿਣ ਲਈ ਆਪਾਂ ਫਿਰ ਤੋਂ ਜੁੜਦੇ ਹਾਂ। ਸੋ ਦੇਖਦੇ ਹਾਂ ਦਰਸ਼ਕੋ, ਦੇਖਦੇ ਹਾਂ ਜੀ ਪੇਸ਼ੇ ਨਜ਼ਰ ਪੇਸ਼ਕਾਰੀ। ਮਨ ਮਿੱਟੀ ਦਾ ਬੋਲਿਆ, ਮਨ ਮਿੱਟੀ ਦਾ ਬੋਲਿਆ, ਵਕਤਾਂ ਦੀ ਤਕੜੀ ਵਿੱਚ ਤਰ ਕੇ, ਵਕਤਾਂ ਦੀ ਤਕੜੀ ਵਿੱਚ ਤਰ ਕੇ ਜਾਓ ਨੇ ਮਨ ਮਿੱਟੀ ਦਾ ਬੋਲਿਆ, ਮਨ ਮਿੱਟੀ ਦਾ ਬੋਲਿਆ, ਮਨ ਮਿੱਟੀ ਦਾ ਬੋਲਿਆ, ਮਨ ਮਿੱਟੀ ਦਾ ਬੋਲਿਆ। ਇੱਕ ਔਰਤ ਉਠਾਵੇ ਕਲਮ, ਲਿਖੇ ਕਵਿਤਾ ਅਸਾਡੇ ਵਾਂਗ, ਉਹ ਕਠਪੁਤਲੀ ਬਣੇ ਜ਼ਿੱਦੀ ਸਾਡੇ ਵਰਗਾ ਬਣਨ ਦੀ। ਜ਼ਰਾ ਸੋਚੋ, ਇਸ ਗੁਨਾਹੇ ਅਮਲ ਨੂੰ ਮੋੜਾ ਪਵੇ ਕਿੱਦਾਂ। ਮਰਦ ਸੋਚਦੇ ਹਨ ਕਿ ਸਭ ਕੁਝ ਤਾਂ ਮਿਲ ਰਿਹਾ ਹੈ, ਖਾਣਾ ਪੀਣਾ ਸਜਣਾ ਫਬਣਾ ਨੱਚਣਾ ਕੁੱਦਣਾ ਬੇਪਨਾਹ। ਫਿਰ ਕਿਉਂ ਸੋਚਣਾ ਹੈ ਮਰਦਾ ਮਾਂ, ਕਿਉਂ ਕਰਨੀ ਹੈ ਤਹਿਕੀਕਾਤ। ਜੇ ਨਹੀਂ ਪੈਂਦਾ ਮੋੜਾ ਇਸ ਨੂੰ, ਫਿਰ ਮਰਦਾਵੀ ਫਤਿਹ ਦੇ ਉੱਤੇ ਵਿੱਚ ਜਾਵੇਗੀ ਕਾਲੀ ਰਾਤ। ਜੇ ਬੋਲਣ ਦੀ ਜਾਚ ਸਿੱਖ ਗਈ, ਜੇ ਲਿਖਣੇ ਦਾ ਵੱਲ ਆ ਗਿਆ, ਕਾਲੀ ਹੋਵੇ ਜਾਂ ਫਿਰ ਗੋਰੀ, ਔਰਤ ਹੋਵੇਗੀ ਬਦਸਾਤ। ਮਰਦ ਸੋਚਦੇ ਹਨ
ਇਹ ਟਾਈਮਸ ਆਫ ਐਲਿਜ਼ਾਬੈਥ ਦੇ ਵਕਤਾਂ ਦੀ ਮਰਦਾਨੀ ਸੋਚ ਸੀ। ਟਾਈਮਸ ਆਫ ਐਲਿਜ਼ਾਬੈਥ ਦੇ ਵਕਤ ਦੀ ਗੱਲ ਕਰਾਂ ਤਾਂ ਯੂਰਪ ਦੇ ਪ੍ਰਸੰਗ ਵਿੱਚ ਫਿੱਟ ਬੈਠਦਾ ਹੈ, ਪਰ ਮੇਰੇ ਦੇਸ਼ ਵਿੱਚ ਆਉਂਦਾ ਤਾਂ ਕਿ ਪ੍ਰਧਾਨ ਮੰਤਰੀ ਸਾਹਿਬ ਵਿੱਚ 5 ਇੰਚ ਦੀ ਛਾਤੀ ਲੈ ਕੇ ਘੁੰਮਦੇ ਨੇ। ਫਿਰ ਮੈਂ ਇਨਕਾਰ ਨਹੀਂ ਕਰਾਂਗੀ ਕਿ ਵਕਤ ਦਾ ਪਹੀਆ ਬਹੁਤ ਘੁੰਮ ਗਿਆ, ਹੇਠਲੀ ਉੱਤੇ ਹੋਣ ਵਾਂਗ। ਬਦਲਦੀ ਦੁਨੀਆ ਦੀ ਹਕੀਕਤ ਰਾਤੋਂ ਰਾਤ ਤਾਂ ਨਹੀਂ ਬਦਲ ਜਾਂਦੀ, ਸਦੀਆਂ ਦੀਆਂ ਗੰਢਾਂ ਏਦਾਂ ਹੀ ਖੁੱਲਦੀਆਂ ਨੇ। ਪਰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਵੀ ਨਾ ਖੁੱਲਣ, ਇਹ ਸਵਾਲ ਹੈ ਮੇਰੇ ਸਾਹਮਣੇ, ਤੁਹਾਡੇ ਸਾਹਮਣੇ, ਜਿਸ ਦਾ ਅਸੀਂ ਮਿਲ ਕੇ ਹੱਲ ਲੱਭਣਾ। ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ, ਚੌਥ ਪੰਜੌਥ, ਜਦੋਂ ਵੀ ਕਦੇ ਲੱਭ ਸਕੇ। ਫਿਲਹਾਲ ਆਪਾਂ ਅੱਜ ਦੀ ਗੱਲ ਕਰਦੇ ਹਾਂ, ਜੀਵਨ ਦੇ ਵਿੱਚ ਫੇਰ ਸਹੀ, ਨਾਟਕ ਦੇ ਵਿੱਚ ਹੱਲ ਕਰਦੇ ਹਾਂ। ਇਹ ਲਾਈਟਾਂ ਦਾ ਜਗਣਾ ਬੁਝਣਾ ਨਾਟਕਾਂ ਦੀ ਰੋਸ਼ਨੀ ਨਹੀਂ ਹੈ, ਜੀਵਨ ਹੈ, ਜੀਵਨ ਦੀ ਲੀਲਾ ਹੈ। ਕਦੇ ਕਦੇ ਜਗਮਗ ਤੇ ਕਦੇ ਕੋਪਾ ਹਨੇਰਾ, ਰੂਹ ਚਾਨਣ ਮੰਗਦੀ ਹੈ ਤੇ ਵਕਤ ਹਨੇਰੇ ਸੰਗ ਜੀਣ ਦਾ ਵੱਲ ਸਿਖਾਉਂਦਾ। ਮੈਂ ਸੱਚ ਆਖਾਂਗੀ ਤੇਰੇ ਸਾਹਮਣੇ, ਫਿਰ ਵੀ ਹਾਰ ਜਾਵਾਂਗੀ। ਤੂੰ ਸਦਾ ਕੂੜ ਤੋਲੇਗਾ ਤੇ ਮੇਰੇ ਹਿਰਦੇ ਚ ਉਤਰ ਜਾਏਗਾ, ਕਿਉਂਕਿ ਮੈਂ ਔਰਤ ਹਾਂ। ਮੇਰਾ ਬਾਪੂ ਮੈਨੂੰ ਚੰਨ ਆਖਦਾ ਹੁੰਦਾ ਸੀ ਤੇ ਮੇਰੀ ਰੂਹ ਚਾਨਣ ਨਾਲ ਭਰ ਜਾਂਦੀ ਸੀ। ਮੇਰੀਆਂ ਸਹੇਲੀਆਂ ਵੀ ਮੈਨੂੰ ਚਾਂਦਨੀ ਆਖਦੀਆਂ ਨੇ, ਚਾਂਦਨੀ। ਪਰ ਇਹ ਚਾਂਦਨੀ ਮਰ ਵੀ ਸਕਦੀ ਹੈ ਜੇ ਕਿਤੇ ਸੂਰਜ ਨੂੰ ਅਧਰੰਗ ਹੋ ਜਾਏਗਾ। ਹੁਣ ਇਹ ਆ ਕਹਿਣਾ ਕਿ ਕਦੇ ਸੂਰਜ ਨੂੰ ਵੀ ਅਧਰੰਗ ਹੋ ਸਕਦਾ ਹੈ। ਜਨਾਬ, ਜੇ ਮੇਰੇ ਸ਼ਬਦਾਂ ਦੇ ਅਰਥਾਂ ਤੇ ਧਿਆਨ ਦਿਓ ਤਾਂ ਸੂਰਜ ਨੂੰ ਅਧਰੰਗ ਹੋ ਸਕਦਾ ਨਹੀਂ, ਸੂਰਜ ਨੂੰ ਤਾਂ ਅਧਰੰਗ ਹੋ ਚੁੱਕਾ ਹੈ। ਹੁਣ ਉਤਾਰ ਨਾ ਚੱਕਣ ਲੱਗ ਜਾਣਾ। ਨਾਟਕ ਦੇ ਵਿੱਚ ਜੇ ਕੋਈ ਸੂਰਜ ਚੜ ਵੀ ਜਾਵੇ ਨਾ ਤਾਂ ਉਹ ਨਕਲੀ ਹੁੰਦਾ ਹੈ। ਮੈਂ ਜਿਸ ਸੂਰਜ ਦੀ ਗੱਲ ਕਰਦੀ ਹਾਂ, ਜੇ ਕਿਤੇ ਬਾਹਰ ਜਾ ਕੇ ਅੰਬਰਾਂ ਵਿੱਚ ਪਾ ਲਓਗੇ ਤਾਂ ਉੱਥੇ ਵੀ ਨਹੀਂ ਮਿਲਣਾ, ਕਿਉਂਕਿ ਸੂਰਜ ਨੂੰ ਅਧਰੰਗ ਧਰਤੀ ਤੇ ਹੁੰਦਾ ਹੈ। ਮੇਰਾ ਸੂਰਜ, ਤੁਹਾਡਾ ਸੂਰਜ, ਜੇ ਕਿਤੇ ਸਾਡਾ ਸਾਂਝਾ ਸੂਰਜ ਹੋ ਜਾਵੇ ਤਾਂ ਫਿਰ ਸ਼ਾਇਦ ਸੂਰਜ ਨੂੰ ਕਦੇ ਅਧਰੰਗ ਨਾ ਹੋਵੇ ਤੇ ਚਾਂਦਨੀ ਕਦੇ ਨਾ ਸੋਚੇ ਕਿ ਉਹ ਮਰ ਵੀ ਸਕਦੀ ਹੈ। ਸਮਝੇ ਨਾ ਮੇਰੀ ਵੇਦਨਾ? नहीं समझे? फिर जरूर आखोगे कि तू एक औरत है कि बुझारत। वैसे हर औरत एक बुझारत होती है जनाब, क्योंकि चांदनी होती है। अच्छा, की है औरत जात, की है मर्द जात? इन दोहां विचों कौन है जो जम्या है ते कौन है जो घड़िया गया? एक राइटर है सिमोन, जे मैं ਉਹਦੀ ਸੁਣਾ ਤਾਂ ਦੋਨੋਂ ਵਕਤ ਦੀ ਘਾੜਤ ਨੇ। ਆਮ ਸੌਰੀ, ਮੈਨੂੰ ਲੱਗਦਾ ਹੈ ਮੈਂ ਕੁਝ ਜ਼ਿਆਦਾ ਹੀ ਫਲਸਫਾਨਾ ਹੋ ਗਈ ਹਾਂ। ਚਲੋ ਠੀਕ ਹੈ, ਅਕਲ ਦੇ ਘੋੜੇ ਦੀਆਂ ਬਾਗਾਂ ਖਿੱਚ ਦਿੰਦੇ ਹਾਂ। ਮੇਰਾ ਸੂਰਜ ਯਾਨੀ ਮੇਰਾ ਵਿਸ਼ਵਾਸ, ਜੋ 24 ਘੰਟੇ ਮੇਰੇ ਦਿਲੋਂ ਦਿਮਾਗ ਤੇ ਸਵਾਰ ਰਹਿੰਦਾ ਹੈ, ਪਰ ਦਿਸਦਾ ਕਦੇ ਨਹੀਂ ਤੁਹਾਨੂੰ। ਤਾਂ ਹੀ ਤਾਂ ਆਖਦੇ ਨਿਰੰਕਾਰ ਹੈ ਤੇਰਾ ਵਿਸ਼ਵਾਸ, ਅਕਾਲ ਪੁਰਖ ਵਾਂਗ। ਕਿਤੇ ਅਜੀਬ ਹੋ ਤੁਸੀਂ, ਉਸ ਨਿਰੰਕਾਰ ਸਾਹਮਣੇ ਸਿਰ ਝੁਕਾਉਂਦੇ ਹੋ ਜੋ ਪਤਾ ਨਹੀਂ ਹੈ ਵੀ ਜਾਂ ਨਹੀਂ, ਤੇ ਮੇਰੇ ਵਿਸ਼ਵਾਸ ਦਾ ਨਿਰੰਕਾਰ ਰੱਖ ਕੇ ਮਜ਼ਾਕ ਉਡਾਉਂਦੇ ਹੋ। ਔਰਤ ਨਾ, ਬਹਾਰ ਦੇ ਦਿਨੀ ਵੀ ਸੁੱਕਾ ਪੱਤਾ ਹਾਂ, ਵਕਤ ਦੀ ਹਨੇਰੀ ਵਿੱਚ ਝੜੇ ਪੱਤੇ ਦੀ ਇਹੀ ਤਾਂ ਹੋਣੀ ਹੁੰਦੀ ਹੈ। याद है, चंगी तरह याद है मैनू 16 दिसंबर 2012 की कुलच्छनी रात मेरे देश की राजधानी विच एक मुटियार लई बस का सफर कहर दी रात हो गया सी। बई कोई मुटियार अपने दोस्त नाल अद्धी रात नू सिनेमा हाल चों घर परते तां साउ तां हो ही नहीं सकती ना, बेशर्मी होएगी ना। इदां सोचण वाले मर्दां ने बशर्मी दियां सारियां हद्दां पार कर लियां सी। लहू नाल लथपथ उस मुटियार नूं सड़क ते सुट के हो गए। सर्द स्यारी रात सी, रोह दा लावा फुट तुरिया सी। ठरे तो ठरे हिते अंदर भी सेक जाग उठिया सी। देश दी राजधानी दा सेक मेरे शहर दी सड़कां ते भी आ गया सी।
ਉਹ ਜੋਸ਼ ਵੇਖ ਕੇ ਤਾਂ ਲੱਗਦਾ ਸੀ ਜਿਵੇਂ ਜਿਵੇਂ ਸਾਰਾ ਦੇਸ਼ ਕਿਆ ਉੱਠਿਆ ਹੋਵੇ। ਆ ਗੋਗਲ ਦੇ ਸੂਰਜ ਦਾ ਪਹਿਰੇ ਸਾਡੇ ਹਿਰਦੇ ਵਿੱਚ ਹੱਡਾਂ ਅੰਦਰ ਬਰਫ਼ ਜਮਾਉਂਦੀ ਸਰਦੀ ਦੀ ਪਰਵਾਹ ਨਹੀਂ ਸਾਨੂੰ। ਸੜਕਾਂ ਤੇ ਨਾਰੇ ਲੱਗ ਰਹੇ ਸਨ, ਦਾਮਨੀ ਦੇ ਦੋਸ਼ੀ ਮੁਰਦਾਬਾਦ ਮੁਰਦਾਬਾਦ, ਦਾਮਨੀ ਦੇ ਦੋਸ਼ੀ ਮੁਰਦਾਬਾਦ ਮੁਰਦਾਬਾਦ। ਉਹਨਾਂ ਨਾਰਿਆਂ ਦੇ ਵਿੱਚੋਂ ਸਭ ਤੋਂ ਉੱਚੀ ਗੂੰਜ ਕਵਿਤਾ ਦੀ ਸੀ। ਕਵਿਤਾ, ਇਸ ਨਾਮ ਵਾਲੀ ਬੱਚੀ ਸੱਚਮੁੱਚ ਕਵਿਤਾ ਸੀ। ਕੋਮਲ, ਕਮਾਨ ਤੇ ਚੜੇ ਤਿੱਖੇ ਤੀਰ ਜਿਹੀ। ਸ਼ਾਇਦ ਉਹਦੇ ਅੰਦਰ ਕੋਈ ਅੱਗ ਸੀ, ਜਗ ਜੰਮੀ ਹੋਈ ਬਰਫ਼ ਦੀ ਸਿਲ ਜੋ ਪਿਘਲ ਗਈ ਸੀ ਤੇ ਰੋਹ ਵਿੱਚ ਉਬਾਲੇ ਮਾਰ ਰਹੀ ਸੀ। ਦਾਮਨੀ ਦੇ ਦੋਸ਼ੀ ਫਾਹੇ ਲਾਓ, ਫਾਹੇ ਲਾਓ, ਦਾਮਨੀ ਦੇ ਦੋਸ਼ੀ ਫਾਹੇ ਲਾਓ, ਫਾਹੇ ਲਾਓ। ਰੂਹ ਦੇ ਕਿਸੇ ਕੋਨੇ ਵਿੱਚ ਜੰਮੀ ਹੋਈ ਬਰਫ਼ ਜਦੋਂ ਅੱਗ ਬਣਦੀ ਹੈ ਨਾ, ਤਾਂ ਸੱਤਾ ਦੀਆਂ ਸੜਕਾਂ ਤੇ ਚਮਕਦੀ ਮ੍ਰਿਗ ਤ੍ਰਿਸ਼ਨਾ ਮਿਟਦੀ ਜਾਂਦੀ ਹੈ। ਗਰੀਬਾਂ ਦੇ ਭਗਦੇ ਪੈਰਾਂ ਹੇਠ, ਗਰੀਬਾਂ ਦੇ ਭਗਦੇ ਪੈਰਾਂ ਹੇਠ ਕੋਈ ਬਰਫ਼ ਨਹੀਂ ਧਰਦਾ। ਉਹ ਮਿੱਧ ਮਿੱਧ ਕੇ ਪੈਰਾਂ ਹੇਠੋਂ ਅਗਨ ਬੁਝਾ ਦਿੰਦੇ ਨੇ। ਕਵਿਤਾ ਸੜਕਾਂ ਤੇ ਨਾਰੇ ਮਾਰ ਰਹੀ ਸੀ। ਅੰਤਾਂ ਦਾ ਜੋਸ਼ ਸੀ ਉਹਦੇ ਚਿਹਰੇ ਦੇ ਉੱਤੇ। ਪਰ ਅਚਾਨਕ ਉਸਨੂੰ ਉਲਟੀ ਆਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਉਸ ਬੱਚੀ ਦਾ ਰਾਜ ਮੇਰੇ ਸੀਨੇ ਵਿੱਚ ਸੀ ਕਿਸੇ ਬੇਰੀ ਦੇ ਕੰਢੇ ਵਾਂਗ। ਉਹ ਹਸਪਤਾਲ ਦੇ ਬਿਸਤਰ ਤੇ ਪਈ ਸੀ। ਉਸਦੀਆਂ ਅੱਖਾਂ ਦਾ ਸੇਕ ਪਾਣੀ ਹੋ ਗਿਆ ਸੀ। ਮੈਂ ਦੱਸਣ ਲੱਗੀ ਹਾਂ ਤਾਂ ਡਰਦੀ ਹਾਂ ਕਿਤੇ ਮੇਰੀਆਂ ਅੱਖਾਂ ਦਾ ਪਾਣੀ ਵੀ ਪੱਥਰ ਨਾ ਹੋ ਜਾਏ। ਹਰ ਲਾਵਾ ਜੰਮਣ ਤੋਂ ਬਾਅਦ ਪੱਥਰ ਹੀ ਤਾਂ ਹੁੰਦਾ। ਅਜੀਬ ਕਹਾਣੀ ਸੀ ਉਸ ਬੱਚੀ ਦੀ। ਮਾਂ ਘਰੋਂ ਦੌੜ ਗਈ ਸੀ ਕਿਸੇ ਪ੍ਰੇਮੀ ਨਾਲ। ਜੀ ਨਹੀਂ, ਪਿਆਰ ਪਿਆਰ ਕੋਈ ਨਹੀਂ ਸੀ, ਫਿਰ ਵੀ ਦੌੜ ਗਈ ਸੀ। ਕਿਉਂ? ਇਸ ਸਵਾਲ ਦਾ ਜਵਾਬ ਹੀ ਕਵਿਤਾ ਦਾ ਦਰਦ ਸੀ। ਕਦੇ ਨਾ ਸੋਚਣਾ ਮੈਂ कि मेरी माँ निर्दयी सी। कुछ में तो बच्चे छड़ के दौड़ गई सी। कल मैं दौड़ जावा तो की कहोगे मैडम, तेरी मावर की बदकार निकली। सारा पिंड जानता है मैडम, बोलता कोई भी नहीं। मैं सच लुका भी नहीं सकती मैडम। मेरा दादा किसी कुत्ते का दुख में ते बाप दारू पीते भूखी चिकन तो वेली नहीं है मैडम। ये ना कहना कि उन्हें पाप दे धर्म ना पता नहीं। पता क्यों नहीं मैडम? मैनू जो सानी है सारी है बाप भरी सब लड़दा है तेनू। माय गॉड, ये किहो जी दुनिया है। ये धरती गर्क क्यों नहीं जाती? क्यों नहीं इस धरती ते कोई भुचाल आ जाता? धरती हेठला बल अजे थकिया नहीं है कि एक सिंह तो लाके दूजे सिंह ते तरे। कोई ता भुचाल आवे, कोई ता नहीं। कविता जो भी दर्द ते कोई भुचाल नहीं आएगा, क्योंकि उसका भरा बाप दादे वांग कुत्ते का तुखम नहीं है और उन्हें मर जाना, बहुत छेती मर जाना। किहो जी दुनिया जिन्हों मरना चाहिए बुढ़े मारे बचपन भोगता है ते जिन्हों जीवना चाहिए वो मरण ते उतारू है। पता नहीं इसके कुख विच किसका तुखम पल रहा। बाप दा
एक मासूम बच्ची अपनी पीड़ा ਨੂੰ ਕਿਹੋ ਜਿਹੇ ਸ਼ਬਦਾਂ ਵਿੱਚ ਬਣ ਰਹੀ ਸੀ। ਹੁਣ ਤੱਕ ਭਰਮ ਸੀ ਕਿ ਮਾਂ-ਬਾਪ ਜਦ ਅਧਿਆਪਕ ਭਾਸ਼ਾ ਸਿਖਾਉਂਦੇ ਨੇ, ਭਾਸ਼ਾ ਤਾਂ ਜੀਵਨ ਸਿਖਾਉਂਦਾ ਹੈ, ਜ਼ਿੰਦਗੀ ਬਣਾ ਦਿੰਦੀ ਬੰਦੇ ਨੂੰ ਫਿਲਾਸਫਰ। ਕਵਿਤਾ ਦਾ ਭਰਾ ਵੀ ਕੁਝ ਇਹੋ ਜਿਹੀਆਂ ਗੱਲਾਂ ਕਰਦਾ ਸੀ। ਉਹ ਕੱਚੀਆਂ ਛੱਲੀਆਂ ਭੁੰਨ ਕੇ ਵੇਚਣ ਵਾਲਿਆਂ ਕੋਲ ਬੈਠਾ ਰਹਿੰਦਾ ਤੇ ਆਖਦਾ, ਇਹ ਕੱਚੀਆਂ ਛੱਲੀਆਂ ਭੁੰਨਣਾ ਮੇਰਾ ਮਕਸਦ ਨਹੀਂ ਹੈ, ਮੈਂ ਤਾਂ ਚਾਹੁੰਦਾ ਕਿ ਚੰਗੀ ਤਰ੍ਹਾਂ ਪੱਕ ਜਾਣ, ਫਿਰ ਤੁੱਕੇ ਤੋਂ ਦਾਣੇ ਵੱਖ ਕਰਨ ਲਈ ਇਹਨਾਂ ਦੀ ਡਾਂਗਾਂ ਨਾਲ ਕੁਟਾਈ ਕਰਾਂ। ਪਰ ਮੈਂ ਤਾਂ ਮਰਨਾ ਹੈ ਮੈਂ, ਪਰ ਆਤਮ ਹੱਤਿਆ ਨਹੀਂ ਕरूंगा, नहीं करूंगा मैं आत्म हत्या। पता ही ना तुहानू, जो बंदा छेती मरना चाहता है, आत्म हत्या करने तो भी डरता है, तो की करता है? चिट्टा चिट्टा छकदा है। पंजाब दे बहुते मुंडे यही तो छकदे नहीं। अद्धा पंजाब मरण दे राह ते अद्धे नूं बेवकूफ बना रहे ने सरकारी इश्तिहार। नशे नशे तो हैं ते उन्हां दी वजह भी है, पर दसे कौन? मेरे देश के नौजवान स्कूलों च पढ़ाए बहादुरी के किस्से भुल चुके ने। ढाडियां कमिश्नर दी वारां उन्हां दे सिरां तो लंघ जांदियां ने। सिलेबस पढ़ के कोई बहादुर नहीं बन जाता। ये सिलेबस बदलन दे राह ते पई सरकार भी समझ लवे, आगे अच्छे दिन आने वाले हैं। सॉरी, मैं कविता की गल कर रही सा। कविता हुण उसने घर छड़ दिता सी ते नानके पिंड जाके रह लग गई सी। कविता ने +2 पास कर ली सी। इस खुशी की खबर दे नाल ही एक मौत की खबर भी आई। जी नहीं, मरण वाला उसका भरा नहीं, उसके बाप ते दादे का कतल हो गया सी। पुलिस पड़ताल कर रही सी, चारे पासे पसरी खामोशी कतल कांड नूं रहस्यमय बना रही सी। ते लोग आख रहे सी, जनाब इन्हां दे 2 बच्चे सी जी, मास्टर जी दे पोता पोती, और जी दवे नानके पिंड जाके रहन लग गए सी जी। इन्हां दी ना मां भज गई सी जी किसे आशक दे नाल। थानेदार आशिक दा थो पता पुछन लगे, पड़ताल दी सुई घुम गई। मेरे कोल सच सी, पर मैं जीव दंदा हेठ दबा रखी सी। एक कतल कविता ने कीता सी, अपने ही बाप दा कतल ते अपने ही दादे दा कतल। एक मासूम बच्ची कातिल किवें बन गई, क्यों बन गई? ये सवाल है मेरे सामने, तुहाडे सामने, साडे सब दे सामने। जा सेक अखां दा पानी होवे, जद पत्थरीली अख भी रोवे, जुल्मां दा जद चढ़दा पारा, जुल्मां दा जद चढ़दा पारा, तख्त दा पावा डोलिया, मन मिट्टी दा बोलिया, मन मिट्टी दा बोलिया, मन मिट्टी दा बोलिया, मन मिट्टी दा। ऐनी चुप के बैठे हुए हो, हसो। वो ये सब कुछ तो चल रहा है जिंदगी दे विच, हसो। अच्छा हंसना नहीं तो रोन ही लग जाओ। कमाल है,
मैं कहा हसो तो सारे चुप सी, मैं कहा रोन लग जाओ तो सब मुस्कुराने लग पे। इसे दा नाम है जिंदगी। कदे कदे बेकार गल्लां ते हसना जां रोना पैंदा, खुश होना, उदास होना। उदासी विच भी तो एक बगावत हुंदी है ना, बगावत। खून पीने बगैर 2 दिन चगौदे जाए ना बन गए तो मेरा नाम बता दी। शिब्बो ना है मेरा, शिब्बो, शिब्बो सब्जी वाली। लोग आंदे आ भी शिब्बो दे घर वाला होवे जां घर, शिब्बो सिद्धी पाला नूं पैंदी आ। देखा गाहक दे नाल ते किड्डे खुश होया। शिब्बो कोई धंधा नहीं करदी, सब्जी बेचदी है, सब्जी। जिहड़ी वालां नूं पैण दी गल करदे है ना, इहदी भी सुन लो। भाई मैनू कोई चाह नहीं है भी थां थां ते जाके लड़ाइयां झगड़े करदी फिरां। ना जे लड़ाई बंदे दे गाली पै जे फिर बंदा करे की? फिर बाली फूं फां करन वाले नूं ना बंदे बनाउणा पैंदा। फिर भज जांदे ने चड्डियां च पूछ दे के वड्डे मर्द। ते जे किते कोई नक जड़ी जनानी आ जाए ना, भाई लिहाज मैं ओदा भी नहीं रखदी। एक दिन की होया भी मैं ना सब्जी बेचन गई ने, धनिया मुफ्त देण दा होका देता। गली दी ठिकानी आखन लगी, ले जी आगे बड़ी शाहूकारनी मुफ्त धनिया देने वाली छट्टड़ किसे खांगी। मैनू तो अग लग गई ना, की भौंकदी है खतरटिया, छुट्टड़ नहीं आ, छड्ड के आई उस कुत्ते नू। वट खान नू पैंदा सी हर वेले। एक दिन बेलना मार के बूथा भंनता मैं ओदा। तेरे वांग नहीं आ भी वट खाने कुत्ते तो नाले टंगा पड़वावां नाले जफ्फियां पाउंदी फिरां। जबान किद्दां चलदी है कैंची आंग। शाहूकार ने दस के मजाक उड़ाउंदी गरीबां दा। है गरीब आ, किसे तो लैके नहीं खांदे, मेहनत मजूरी दी खाने आ, मेहनत मजूरी दी। नी तेरे खसम वांग अनेकता बदली वाला दी दलाली नहीं करदे। फिर ना कान दे बले क्या हो गई। भाई गुस्सा तो मैनू उदों ही आ गया सी जिद्दां मैं पहले दिन सब्जी बेचन गई। मैनू कहंदी कड़े भाई आ तो बहुत औखा काम हुंदा है, पहला मंडी जाओ सब्जी खरीदो फिर गलियां बाजारां चौंके देखी बेचदे फिरो। तू आई कर किसी दे घर भांडे मारने लग जा, चार घर दी सफाई दा काम फड़ लै। लो दस भाई मैं भावां भांडे मांजा, भावां सफाइयां करा, भावां जो मर्जी करा ना, इन्नू की कुत्ती रन नू। गल दरअसल आ है भी आप आपदी दुकान च महंगे भाव दुध बेचदी है, दुध का पैकेट भी लिखे रेट तो महंगा लाउंदी है। अखे की करिए भाई, घर च दुकान है ना, उपर वाले ने बहुत चढ़ावे पैंदे ने। नी उपर वाले तो बथेरे चढ़ावे कबूलदे ने, डेरे दे संतां वांग चढ़ा देंगे सारे चढ़ावे उन्हां नूं। सब कमीने ने कमीने, आ वेड़े वालियां नूं तां मुफ्त दा माल समझदे ने। फिर छूत सब भुल जांदे ने। बामण बाणीए खतरी सब ते इहदे अग्गियां हरामणा चाहुंदियां ने कि असीं इन्हां दीयां टहलतां साफ करिए। ना वेंदे की हो? मैं चौथी तक पढ़ी हाँ। स्कूल च ना अर्जी लिखाई सी मास्टरनी ने, कहंदी अखीर च लिख दे आप जी की दास। मैं कहा मास्टरनी जी भाई कोई होर शब्द हैगा तां दस, नहीं असीं नहीं बनना किसी दे दास। पर भाई करिए भी तां की करिए, घट तां साडे वाले मर्द भी नहीं करदे। हाँ मेरे वाले सुन लो। एक दिन मैनू कहंदा नहीं बोलना उरे आ गल सुन। मैनू तो अग लग गई ना, जे एडा ही नक है ना तेरा तो लिया पटियाले वाली महारानी वेली बैठी हो तेरे वास्ते। बस चुक ली डांग ते हो गया मेरे द्वारे ना। फिर मैं केड़ा अगों घट सी, मैं भी चक लिया झाड़ू। महा गल सुन वड्डिया मर्दा, हुण तेरी डांग भावें टुट जे पर झाड़ू दे तीर दी मैं एक भी करन दिंदी। हाँ जाग पी डांग जेदी मर्दानगी, कढ़दा मैनू घरों बाहर।
निकल जा कुत्तिए, मुड़ के पैर ना पई इस वेड़े च, चली जा इत्थों। ओए ओए तेरे वर्गे कुत्ते बंदे नाल रहना ही कौन चाहता है? असां वादा घर चलिया मैं, पर एक गल मेरी कान खोल के सुन ले, मैं पेके नहीं चली ते ना ही कोई खूह टोबा गंदा करूंगी। याद रखी मेरी गल, याद। हाँ मैं घर छड़िया ते सड़क दे कंढे ते चादर तान के सौ गई। उस रात मेरे लिए मर गया सी, ओदे जिउंदे जी मैं ओदी विधवा सी, विधवा। पर जे किसी ने मैनू कली करी जान के मेरे कोल आउंदी हिम्मत की ना, तो घरों ना दाती खरीदी बैठियां, दाती वड के टकरे कर दूं, आंदरा कट के कुत्तियां नूं पा दूं। छोटे मर्द बड़े फिरते ने। मैं उठी चुगी पाई ते रहन लग पई। 2 महीने दे विच ही शिबो सब्जी वाली हो गई मैं। जब वेख्या ना मेरे घर वाले ने भी ये नहीं मुड़न लगी, आ गया मुंह चक के घर नूं चल, जवाक रो जाणगे मैथों नहीं सांभे जांदे। टिड्डो जान दा वास्ता कौन लग्या? मैं भी कह दिता, ओए और टिड्डो में कली ने नहीं सी जानता रहे, तेरा भी बराबर दा हिस्सा है। जे एडा ही मर्द है ना तो साम के वेख हुण जवाकां नूं 9-9 महीने उन्होंने ढिड च रखिया ते 7 साल देखो कुत्ते खानी करवाउंदी रहीआं। हुण साम आपदे जवाकां नूं, तैनूं भी पता लगे भी जवाक जमन दा मतलब की हुंदा है। होए इहो जे मर्द 2-2.5 मिनट की कमाई समझते जवाकां नूं, ते फिर औरत भी समझ लवे ना वध तो वध 9 महीने की कमाई, सारी उम्र का ठेका कंगा पैंदी है छित्तर खान नूं। होए शिबो नहीं मनदी इहो जी बेतुकी दुनियादारी नूं, तुसी मनदे हो तो मन्नी जाओ। मैं हुआ तो गदर मचा देन दी तारी बैठी है, गदर मचाए बिना नहीं लौट आनी है दुनिया। एक गल मेरी याद रखो, याद। ए शिबो सब्जी वाली दा ऐलान है, शिबो सब्जी वाली दा। कुटदे सी तां पुर जांदी सी, किण मिण होवे खुर जांदी सी। पुरण खुरण तो होई आकी, पुरण खुरण तो होई आकी। जा मन दा बूहा खोलिया, मन मिट्टी दा बोलिया, मन मिट्टी दा बोलिया, मन मिट्टी दा बोलिया, मन मिट्टी दा बोलिया। ਦੋਸਤੋ ਅਸੀਂ ਸਾਰਿਆਂ ਨੇ ਰਲ ਕੇ ਇਹ ਪੇਸ਼ਕਾਰੀ ਦੇਖੀ। ਕਹਿਣ ਲਈ ਕੋਈ ਸ਼ਬਦ ਨਹੀਂ ਔੜ ਰਹੇ। ਵਾਕਈ ਬਾ ਕਮਾਲ ਪੇਸ਼ਕਾਰੀ। ਸਭ ਤੋਂ ਪਹਿਲਾਂ ਤਾਂ ਮੈਂ ਸਕ੍ਰਿਪਟ ਲਈ ਸ਼ਬਦੀਸ਼ ਹੋਰਾਂ ਨੂੰ ਵਧਾਈ ਦੇਵਾਂਗਾ, ਕਿਉਂਕਿ ਇੱਕ ਔਰਤ ਦੇ ਸੂਖਮ ਮਨ ਦੀਆਂ ਪਰਤਾਂ, ਉਹਨਾਂ ਤਹਿਾਂ ਨੂੰ ਫਰੋਲਣਾ ਬੜਾ ਔਖਾ, ਉਸ ਲੈਵਲ ਤੇ ਜਾ ਕੇ ਫੁੱਲਣਾ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਸੋ ਮੈਮ ਨਾਲ ਚਰਚਾ ਕਰਦੇ ਹਾਂ ਇਸ ਪਲੇ ਬਾਰੇ। ਇਸ ਤੋਂ ਪਹਿਲਾਂ ਮੈਂ ਜਿਹੜੇ ਕਮੈਂਟ ਨੇ ਉਹਨਾਂ ਦੇ ਵਿੱਚੋਂ ਪੜ੍ਹਦਾ। ਡਾਕਟਰ ਲੱਖਾ ਲਹਿਰੀ ਹੁਣਾਂ ਨੇ ਸਪੈਸ਼ਲ ਵਧਾਈ ਦਿੱਤੀ ਹੈ ਮੈਮ ਨੂੰ। ਉਹਨਾਂ ਨੇ ਕਿਹਾ ਕਿ ਪੇਸ਼ਕਾਰੀ ਬੜੀ ਕਮਾਲ ਦੀ ਹੈ ਤੇ ਅਨੀਤਾ ਵਧਾਈ ਦੀ ਪਾਤਰ ਹੈ। थैंक यू बाजी, थैंक यू लखा बाजी। और मैं कुछ कमेंट्स देख रही सी हुणे ते मैं थैंक्स करना चाहती हाँ रानी मैम दा, नीता मैम दा, और आई थिंक सुमन जी भी आए हुए ने ऑनलाइन। थैंक यू सुमन जी, SNA दिल्ली तो ने।
ਔਰ ਕੈਨੇਡਾ ਅਮਰੀਕਾ ਤੋਂ ਵੀ ਕਾਫੀ ਜਣੇ ਮੈਨੂੰ ਦਿਖਾਈ ਦਿੱਤੇ ਆ, ਐਂਡ ਮੇਰੇ ਬ੍ਰਦਰ ਵੀ ਨੇ, ਕੁਮਾਰ ਪਵਨਦੀਪ ਜੀ। ਜੀ ਤੁਸੀਂ ਹੀ ਮੈਨੂੰ ਵਿਗਾੜਿਆ ਸੀ, ਤੁਹਾਨੂੰ ਦੇਖ ਕੇ ਮੈਂ ਵਿਗੜੀ ਸੀ। ਸੋ ਰੰਗਮੰਚ ਇਹ ਪਹਿਲਾਂ ਕਰਦਾ ਸੀ, ਉਸ ਤੋਂ ਬਾਅਦ ਮੈਂ ਸ਼ੁਰੂ ਕੀਤਾ ਸੀਗਾ। ਐਂਡ ਥੈਂਕ ਯੂ ਸੋ ਮਚ ਮੈਨੂੰ ਰੰਗਮੰਚ ਨਾਲ ਜੋੜਨ ਲਈ। ਔਰ ਥੈਂਕਸ ਸਾਰੇ ਦਰਸ਼ਕਾਂ ਦਾ, ਔਰ ਜਿੰਨੇ ਵੀ ਆਨਲਾਈਨ ਨੇ, ਬਬਲੀ ਦੀਦੀ ਥੈਂਕ ਯੂ, ਜਗਜੀਤ ਜੀ ਥੈਂਕ ਯੂ ਸੋ ਮਚ। ਔਰ ਮੇਰੇ ਇੱਕ ਸਕੂਲ ਦੀ ਸਟੂਡੈਂਟ ਮੇਰੇ ਨਾਲ ਪੜ੍ਹਦੇ ਸੀਗੇ ਸਕੂਲ ਟਾਈਮ ਦੇ ਵਿੱਚ, ਉਹ ਵੀ ਨੇ, ਪੰਕਜ ਠਾਕੁਰ ਜੀ। ਥੈਂਕ ਯੂ ਪੰਕਜ ਜੀ। ਮੈਮ ਇਸ ਪੇਸ਼ਕਾਰੀ ਦੀ ਸਫਲਤਾ ਦੀ ਇਹ ਗੱਲ ਗਵਾਹ ਆ ਕਿ ਬੇਸ਼ੱਕ ਇਹ ਪੇਸ਼ਕਾਰੀ ਰਿਕਾਰਡਡ ਸੀ, ਚਾਹੇ ਆਪਾਂ ਲਾਈਵ ਦੇਖੀ, ਪਰ ਇਸ ਤਰ੍ਹਾਂ ਮਹਿਸੂਸ ਨਹੀਂ ਹੋ ਰਿਹਾ ਸੀ ਵੀ ਇਹ ਰਿਕਾਰਡਡ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਆਮਣੇ ਸਾਹਮਣੇ ਬੈਠ ਕੇ ਆਪਾਂ ਦੇ ਰਹੇ ਹਾਂ। ਉਹ ਇਮੋਸ਼ਨ, ਉਹ ਸਾਰੀਆਂ ਚੀਜ਼ਾਂ ਸਾਡੇ ਅੰਦਰ ਤੱਕ ਜਿਹੜੀਆਂ ਉਹ ਲਹਿੰਦੀਆਂ ਜਾਂਦੀਆਂ ਸਨ। ਅਗਲਾ ਸਵਾਲ ਮੈਂ ਦਰਸ਼ਕਾਂ ਦਾ ਹੋਰ ਲੈ ਲੈਣਾ ਜੀ। ਬਲਜੀਤ ਸਿੰਘ ਮੋਗਾ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਪੇਸ਼ਕਾਰੀ। ਸੁਖਵੰਤ ਸਿੰਘ ਕਹਿ ਰਹੇ ਨੇ ਸੁਪਰ ਪਰਫਾਰਮੈਂਸ। ਹਰਵਿੰਦਰ ਕੌਰ ਬਬਲੀ ਹੁਣਾਂ ਦਾ ਤੁਸੀਂ ਜ਼ਿਕਰ ਕਰਤਾ। ਪੰਕਜ ਠਾਕਰ ਕਹਿ ਰਹੇ ਨੇ ਕਮਾਲ ਦਾ ਪਲੇ ਆ, ਵੈਰੀ ਟਚਿੰਗ ਐਂਡ ਆਈ ਐਮ ਪ੍ਰਾਊਡ ਆਫ ਯੂ, ਕੰਗ੍ਰੈਟ ਟੂ ਹੋਲ ਟੀਮ। ਤੇ ਹੋਰ ਵੀ ਬਹੁਤ ਸਾਰੇ ਕਮੈਂਟ ਆ ਰਹੇ ਨੇ ਜੀ, ਅੱਗੇ ਆਉਂਦੇ ਰਹਿਣਗੇ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਮੇਰਾ ਸਵਾਲ ਆ ਜੀ ਕਿ ਇਹ ਜਿਹੜਾ ਨਾਟਕ ਆ ਸ਼ਬਦੀਸ਼ ਹੋਰਾਂ ਨੇ ਲਿਖਿਆ ਜੀ, ਸ਼ਬਦੀਸ਼ ਸਰ ਨੇ, ਇਹ ਕਦੋਂ ਲਿਖਿਆ ਤੇ ਇਸ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਗਿਆ, ਜਾਂ ਹੁਣ ਤੱਕ ਤੁਸੀਂ ਕਿੰਨੇ ਕਿਤੇ ਸ਼ੋਅ ਕੀਤੇ ਨੇ? ਇਹ ਅਸੀਂ 2016 ਦੇ ਵਿੱਚ ਲਿਖਿਆ ਸੀ ਜੀ। ਔਰ 2016 ਦੇ ਵਿੱਚ ਅਸੀਂ ਮਤਲਬ ਮੈਂ ਸੋਚਿਆ ਸੀ, ਮੈਂ ਐਕਚੁਅਲੀ ਰੇਪ ਕੇਸਿਸ ਨੂੰ ਲੈ ਕੇ ਭਾਵੁਕ ਹੁੰਦੀ ਹਾਂ, ਸਾਰੇ ਹੀ ਹੁੰਦੇ ਨੇ। ਇਹ ਟ੍ਰੈਜਡੀ ਬਹੁਤ ਵੱਡੀ ਹੈ ਸਾਡੇ ਮਤਲਬ ਇਸ ਸਮਾਜ ਦੇ ਵਿੱਚ, ਤੇ ਇਸ ਇਸ਼ੂ ਦੇ ਉੱਤੇ ਕੰਮ ਕਰਨਾ ਚਾਹੁੰਦੀ ਸੀ। ਤੇ ਇਸ ਕਰਕੇ ਵੱਡੀ ਟੀਮ ਵਾਲਾ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਇਸ ਇਸ਼ੂ ਨੂੰ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਸ਼ੋਜ਼ ਕਰਨੇ ਔਖੇ ਹੋ ਜਾਣੇ ਸੀ। ਵੱਡੀ ਟੀਮ ਨਾਲ ਥੋੜੇ ਜਿਹੇ ਸ਼ੋਅ ਹੁੰਦੇ ਨੇ, ਕਿਉਂਕਿ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ, ਫਾਈਨੈਂਸ਼ਲੀ ਬਹੁਤ ਪ੍ਰੋਬਲਮਸ ਨੇ ਰੰਗਮੰਚ ਦੇ ਵਿੱਚ। ਤੇ ਉਸ ਚੀਜ਼ ਕਰਕੇ ਮੈਂ ਇਸ ਨੂੰ ਕੋਸ਼ਿਸ਼ ਕੀਤੀ ਕਿ ਇਹਨੂੰ ਸੋਲੋ ਹੀ ਰੱਖਾਂ। ਪਹਿਲਾਂ ਸੋਚਿਆ ਸੀਗਾ ਕਿ 4-5 ਆਰਟਿਸਟਾਂ ਨਾਲ ਰੱਖਦੇ ਹਾਂ, ਬਟ ਕਰਦੇ ਕਰਦੇ ਫਿਰ ਅਸੀਂ ਇਹਨੂੰ ਸੋਲੋ ਦੇ ਵਿੱਚ ਹੀ ਰੱਖਿਆ। ਔਰ ਇਹਦੇ ਮੈਂ ਇਸ ਨਾਟਕ ਦੇ ਮੈਂ 16 ਦੇ ਕਰੀਬ ਸ਼ੋਅ ਮੈਂ ਯੂਕੇ ਦੇ ਵਿੱਚ ਕਰ ਚੁੱਕੀ ਹਾਂ। ਇੰਗਲੈਂਡ ਦੇ ਵਿੱਚ ਕਾਫੀ ਸ਼ੋਜ਼ ਹੋਏ ਨੇ ਇਹਦੇ। ਔਰ ਥੋੜੀ ਦੇਰ ਪਹਿਲਾਂ ਹੀ, ਹੁਣ ਲਾਸਟ ਈਅਰ ਹੀ ਮੈਂ ਗਈ ਸੀਗੀ ਕੈਨੇਡਾ ਦੇ ਵਿੱਚ ਵੀ ਇਹਦੇ 6 ਸ਼ੋਅ ਕਰ ਚੁੱਕੀ ਹਾਂ ਮੈਂ। ਜੀ ਮੈਮ। ਇਹ ਮੈਮ ਜਿਹੜਾ ਛਿੱਬੋ ਦਾ ਕਿਰਦਾਰ ਆ, ਇਹ ਇਸ ਤਰ੍ਹਾਂ ਲੱਗਦਾ ਤੁਹਾਨੂੰ ਦੇਖ ਕੇ ਵੀ ਜਿਵੇਂ ਤੁਹਾਡੀ ਪਰਸਨੈਲਿਟੀ ਦੇ ਬਿਲਕੁਲ ਉਲਟਾ ਜਾਂ ਬਹੁਤ ਦੂਰ ਆ? ਕਿਵੇਂ ਦਾ ਤੁਹਾਨੂੰ ਲੱਗਾ? ਕਿਉਂਕਿ ਉਹਦੀ ਭਾਸ਼ਾ, ਬਾਡੀ ਲੈਂਗੁਏਜ, ਜਿਵੇਂ ਬੜਾ ਖੁੱਲਾ ਜਿਹਾ ਕਰੈਕਟਰ ਸੀਗਾ ਉਹ। ਜੀ ਐਕਚੁਅਲੀ ਐਕਟਰ ਨੇ ਤਾਂ ਇਹੀ ਹੈ ਨਾ ਕਿ ਕਈ ਤਰ੍ਹਾਂ ਦੇ ਕਿਰਦਾਰ ਜਿਉਣੇ ਨੇ, ਇਸੇ ਕਰਕੇ ਰੰਗਮੰਚ ਦੇ ਵਿੱਚ ਤੁਸੀਂ ਬਹੁਤ ਸੰਜੀਦਗੀ ਵਾਲਾ ਕੈਰੈਕਟਰ ਵੀ ਕਰਨਾ ਹੈ, ਤੇ ਬਹੁਤ ਜ਼ਿਆਦਾ ਕਾਮੇਡੀ ਵੀ ਕਰਨਾ ਹੈ, ਬਹੁਤ ਹਾਸੇ ਵਾਲਾ ਵੀ, ਰੋਣੇ ਵਾਲਾ ਵੀ, ਸਾਰੀ ਤਰ੍ਹਾਂ ਦੇ ਹਰ ਰੰਗ ਹੈ ਇਸ ਰੰਗਮੰਚ ਦੇ ਵਿੱਚ। ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਹ ਕਿਰਦਾਰ ਸ਼ਾਇਦ ਮੇਰੇ ਕਰੀਬ ਨਹੀਂ ਹੈ, ਮੈਂ ਨਹੀਂ ਕਰ ਸਕਦੀ, ਜਾਂ ਕਿ ਔਖਾ ਹੋਏਗਾ ਮੇਰੇ ਲਈ। ਕਈ ਕਿਰਦਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਡੇ ਸੁਭਾਅ ਦੇ ਬਿਲਕੁਲ ਉਲਟ ਹੁੰਦੇ ਨੇ, ਪਰ ਕਲਾਕਾਰ ਤਾਂ ਫਿਰ ਉਹੀ ਹੈ ਨਾ ਜਿਹੜਾ ਉਹਨੂੰ ਨਿਭਾ ਸਕੇ। ਜੀ ਕੋਸ਼ਿਸ਼ ਕੀਤੀ ਹੈ, ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਇਸ ਨਾਟਕ ਦੇ ਪ੍ਰਤੀ। ਜੀ ਮੈਮ, ਟੀਮ ਨਾਲ ਕੰਮ ਕਰਨਾ ਸੁਖਾਲਾ ਹੋ ਜਾਂਦਾ ਕਿਤੇ ਨਾ ਕਿਤੇ ਸੋਲੋ ਨਾਲੋਂ, ਪਰ ਸੋਲੋ ਨਾਟਕ ਕਰਦਿਆਂ ਇਹ ਜਿਸ ਤਰ੍ਹਾਂ ਇਹ ਬੜੇ ਔਰਤ ਦੇ ਬਰੀਕ ਮਨ ਦੀਆਂ ਛੋਟੀ-ਛੋਟੀਆਂ ਤਹਿਾਂ ਨੂੰ ਫਰੋਲਣਾ, ਇੱਕਦਮ ਵੱਖਰੇ-ਵੱਖਰੇ ਸ਼ੇਡਸ, ਉਹ ਵੀ ਮਿੰਟਾਂ ਸੈਕਿੰਡਾਂ ਦੇ ਵਿੱਚ ਚੇਂਜ ਹੋਣੇ, ਚੇਂਜ ਕਰਨੇ, ਐਕਟਰ ਲਈ, ਐਜ਼ ਐਕਟਰ ਦੇ ਤੌਰ ਤੇ ਪੁੱਛ ਰਿਹਾ ਮੈਂ ਤੁਹਾਨੂੰ, ਐਕਟਰ ਲਈ ਕਿੰਨੇ ਕੁ ਮਤਲਬ ਚੈਲੰਜਿੰਗ ਹੁੰਦੇ ਨੇ? ਸੋਲੋ ਨਾਟਕ ਪਹਿਲਾਂ ਤਾਂ ਲਿਖਣ ਵਾਲੇ ਵਾਸਤੇ ਵੀ ਚੈਲੰਜਿੰਗ ਹੈ, ਔਰ ਕਰਨ ਵਾਲੇ ਵਾਸਤੇ ਤਾਂ ਹੈ ਹੀ ਹੈ। ਬਿਲਕੁਲ, ਕਿਉਂਕਿ ਇਕੱਲੇ ਬੰਦੇ ਨੇ ਨਾਟਕ ਨੂੰ ਕਰਨਾ ਹੈ ਤਾਂ ਕੋਈ ਸੀਨ ਕ੍ਰੀਏਟ ਹੋਣਾ ਜ਼ਰੂਰੀ ਹੈ। ਸਿਰਫ ਇਹ ਨਹੀਂ ਹੈ ਕਿ ਸਿਰਫ ਭਾਸ਼ਣ ਦੇ ਦੇਣਾ, ਜਾਂ ਸਿਰਫ ਡਾਇਲੌਗਸ ਨੂੰ ਏਦਾਂ ਹੀ ਪੜ੍ਹ ਦੇਣਾ, ਜਾਂ ਸਪੀਚ ਦੇ ਵਿੱਚ ਬੋਲ ਦੇਣਾ, ਜਾਂ ਇਹ ਪੋਸੀਬਲ ਨਹੀਂ ਹੈਗਾ। ਤਾਂ ਕੋਸ਼ਿਸ਼ ਕੀਤੀ ਹੈ ਕਿ ਅਲੱਗ-ਅਲੱਗ ਰੰਗ ਹੋਣ। ਮੇਰਾ ਜਿਹੜਾ ਸੋਲੋ ਨਾਟਕ ਕਰਨ ਦਾ ਤਜਰਬਾ ਮੇਰਾ, ਉਹ ਗੁਰਸ਼ਨ ਭਾਜੀ ਨੇ ਹੀ ਮੇਰੇ ਤੋਂ ਕਰਵਾਇਆ ਸੀਗਾ। ਪਹਿਲਾ ਨਾਟਕ ਡਾਕਟਰ ਗੁਰਮਿੰਦਰ ਸਿੱਧੂ ਦੀਆਂ ਕਵਿਤਾਵਾਂ ਤੇ ਆਧਾਰਿਤ ਹੈ, ਚਿੜੀ ਦੀ ਅੰਬਰ ਵੱਲ ਉਡਾਨ। ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀ, ਜਦੋਂ ਭਾਜੀ ਨਾਲ ਮੈਂ ਸ਼ੋਜ਼ ਕਰਨ ਜਾਂਦੀ ਸੀ, ਤੇ ਭਾਜੀ ਕਹਿੰਦੇ ਕਿ ਇਸ ਤਰ੍ਹਾਂ ਕੁਝ ਕਵਿਤਾਵਾਂ ਨੇ ਮੈਡਮ ਸਿੱਧੂ ਦੀਆਂ ਆਈਆਂ, ਉਹਨਾਂ ਨੂੰ ਤੂੰ ਤਿਆਰ ਕਰ ਲੈ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਕਰਿਆ ਕਰਾਂਗੇ
ਜਦੋਂ ਆਪਾਂ ਨਾਟਕ ਕਰਨ ਜਾਇਆ ਕਰਾਂਗੇ ਤੂੰ ਪੋਇਮ ਬੋਲਿਆ ਕਰੀ। ਤੇ ਉਹ ਪੜ੍ਹ ਕੇ ਮੈਨੂੰ ਚੰਗੀਆਂ ਲੱਗੀਆਂ। ਫਿਰ ਅਸੀਂ ਉਹਨੂੰ ਤਿਆਰ ਕੀਤਾ ਨਾਟਕ ਨੂੰ, ਚਿੜੀ ਦੀ ਅੰਬਰ ਵੱਲ ਉਡਾਨ। ਤੇ ਤੁਸੀਂ ਮੰਨੋਗੇ 121 ਸ਼ੋਅ ਮੈਂ ਉਹਦੇ ਕਰ ਚੁੱਕੀ ਹਾਂ। ਦੇਸ਼ ਵਿਦੇਸ਼ ਦੇ ਵਿੱਚ ਦੋਨੋਂ ਜਗ੍ਹਾ ਨਾਟਕ ਹੋ ਚੁੱਕਿਆ ਉਹਦਾ, ਕੈਨੇਡਾ ਦੇ ਵਿੱਚ ਵੀ, ਅਮਰੀਕਾ 'ਚ ਵੀ, ਇੰਗਲੈਂਡ ਦੇ ਵਿੱਚ ਤਾਂ ਕਾਫੀ ਸ਼ੋਜ਼ ਹੋਏ ਨੇ ਉਹਦੇ। ਔਰ 121 ਸ਼ੋਅ ਸੋਲੋ ਨਾਟਕ ਦੇ ਕਰਨੇ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਸੋਲੋ ਨਾਟਕ ਦੇ ਇੰਨੇ ਸ਼ੋਜ਼ ਹੁੰਦੇ ਨਹੀਂ ਹੈ, ਮਤਲਬ ਲੱਗਦਾ ਹੁੰਦਾ ਸੀ, ਪਰ ਜਿੱਥੇ ਵੀ ਉਹ ਸ਼ੋਅ ਹੋਇਆ ਅੱਗੇ ਬੁਕਿੰਗ ਹੋਈ, ਕਰਦੇ ਗਏ ਅਸੀਂ ਉਹਨੂੰ। ਸੋ ਮੇਰਾ ਪਹਿਲਾ ਤਜਰਬਾ ਉਸ ਨਾਟਕ ਤੋਂ ਹੋਇਆ। ਉਸ ਤੋਂ ਬਾਅਦ ਮੈਂ ਪਾਲੀ ਭੁਪਿੰਦਰ ਜੀ ਦਾ ਨਾਟਕ ਦਿੱਲੀ ਰੋਡ ਤੇ ਇੱਕ ਹਾਦਸਾ, ਉਹ ਵੀ ਕੀਤਾ। ਉਹ ਪੌਣੇ 2 ਘੰਟੇ ਦਾ ਪ੍ਰੋਡਕਸ਼ਨ ਸੀ, ਜਿਹੜੀ ਪਹਿਲੀ ਪ੍ਰੋਡਕਸ਼ਨ ਸੀਗੀ ਉਦੋਂ। ਫਿਰ ਉਸ ਤੋਂ ਬਾਅਦ ਇਹ 1.25 ਘੰਟੇ ਦਾ ਨਾਟਕ ਹੈ ਤਕਰੀਬਨ। ਇਹਦੇ ਵਿੱਚੋਂ ਤਾਂ ਮੈਂ ਥੋੜਾ ਜਿਹਾ ਪੀਸ ਕੀਤਾ ਹੈ, ਅਜੇ 2 ਐਕਟ ਹੋਰ ਹੈਗੇ ਨੇ ਇਹਦੇ ਵਿੱਚ। ਸੋ ਇਸ ਤਰ੍ਹਾਂ ਕਰਦੇ ਹੋਏ ਲੱਗਦਾ ਹੈ ਜ਼ਰੂਰ ਹੈ, ਔਖਾ ਜ਼ਰੂਰ ਲੱਗਦਾ ਹੈ, ਲੇਕਿਨ ਜਦੋਂ ਤੁਸੀਂ ਕੁਝ ਕਰਨ ਤੇ ਆ ਜਾਓ ਤਾਂ ਫਿਰ ਕੁਝ ਵੀ ਔਖਾ ਨਹੀਂ ਹੁੰਦਾ। ਫਿਰ ਰੰਗਮੰਚ ਦੇ ਵਿੱਚ ਤਾਂ ਸਭ ਕੁਝ ਸੌਖਾ ਹੋ ਜਾਂਦਾ ਹੈ। ਜੀ ਜੀ, ਸਾਡੇ ਬਹੁਤ ਹੀ ਸੀਨੀਅਰ ਨਾਟਕਕਾਰ ਨਿਰਦੇਸ਼ਕ ਦਵਿੰਦਰ ਦਮਨ ਜੀ ਕਹਿ ਰਹੇ ਨੇ ਕਿ ਮੈਂ ਆਈ ਐਮ ਵਾਚਿੰਗ। ਸੋ ਥੈਂਕ ਯੂ ਸਰ, ਬਹੁਤ ਬਹੁਤ ਥੈਂਕ ਯੂ ਸੋ ਮਚ ਦਮਨ ਸਾਹਿਬ, ਥੈਂਕ ਯੂ। ਅੱਛਾ, ਅਗਲਾ ਸਵਾਲ ਇੱਕ ਹੋਰ ਮੈਂ, ਇਹ ਦੋਸਤ ਦਾ ਸਵਾਲ ਆਇਆ, ਉਸ ਤੋਂ ਪਹਿਲਾਂ ਮੇਰੇ ਮਨ 'ਚ ਇੱਕ ਹੋਰ ਇਹ ਸਵਾਲ ਉੱਭਰ ਆਇਆ ਕਿ ਵੈਸੇ ਤਾਂ ਇੱਕ ਅਦਾਕਾਰ ਕਲਾਕਾਰ ਦਾ ਜਿਹੜਾ ਸਭ ਤੋਂ ਵੱਡਾ ਮਾਣ, ਉਹਨਾਂ ਦਰਸ਼ਕਾਂ ਦੀ ਹੱਲਾਸ਼ੇਰੀ ਕਹਿ ਲਓ ਜਾਂ ਉਹਨਾਂ ਦੀਆਂ ਤਾੜੀਆਂ ਹੁੰਦਾ ਸਭ ਤੋਂ ਵੱਡਾ ਸਨਮਾਨ, ਅਵਾਰਡ ਕਹਿ ਲਓ। ਪਰ ਇਸ ਤੋਂ ਇਲਾਵਾ ਵੀ ਤੁਹਾਨੂੰ ਇੱਕ ਵੱਡਾ ਅਵਾਰਡ ਮਿਲਿਆ ਜਿਹੜਾ ਸੰਗੀਤ ਨਾਟਕ ਅਕੈਡਮੀ ਵੱਲੋਂ, ਉਹਦੇ ਬਾਰੇ ਵੀ ਸੰਖੇਪ ਜੀ ਚਰਚਾ। ਮੈਨੂੰ ਅਵਾਰਡ ਦਰਸ਼ਕਾਂ ਦਾ ਹੀ ਜ਼ਿਆਦਾ ਚੰਗਾ ਲੱਗਦਾ ਹੁੰਦਾ ਹੈ, ਪਰ ਜਦੋਂ ਤੁਹਾਡਾ ਕੰਮ ਰੈਕੋਗਨਾਈਜ਼ ਹੁੰਦਾ ਹੈ, ਕੰਮ ਦੀ ਤਾਰੀਫ ਹੁੰਦੀ ਹੈ, ਕੰਮ ਅੱਗੇ ਜਾਂਦਾ ਹੈ, ਤਾਂ ਬਹੁਤ ਅਵਾਰਡ ਮਿਲਦੇ ਨੇ। ਲੇਕਿਨ ਮੈਨੂੰ ਲੱਗਦਾ ਕਿ ਜਦੋਂ ਅਵਾਰਡ ਮਿਲਦੇ ਹੈ ਤੁਹਾਡੀ ਜ਼ਿੰਮੇਵਾਰੀ ਹੋਰ ਵੱਧਦੀ ਹੈ। ਅਵਾਰਡ ਲੈ ਕੇ ਖੁਸ਼ ਹੋ ਕੇ ਘਰ ਨਹੀਂ ਬੈਠਣਾ, ਸਗੋਂ ਹੋਰ ਕੰਮ ਕਰਨਾ ਹੁੰਦਾ ਹੈ। ਤੇ ਮੈਨੂੰ ਬਹੁਤ ਦੇਰ ਪਹਿਲਾਂ ਜਦੋਂ ਇਹ ਅਵਾਰਡ ਵਾਸਤੇ ਰਿਕਮੈਂਡ ਕਰ ਰਹੇ ਸੀਗੇ ਕੁਝ CSNA ਦੇ ਆਪਣੇ ਕਮਲ ਤਿਵਾੜੀ ਜੀ ਔਰ ਚੰਨੀ ਜੀ, ਤੇ ਮੈਂ ਉਦੋਂ ਉਹਨਾਂ ਨੂੰ ਮਨਾ ਕਰ ਦਿੰਦੀ ਸੀ। ਮੈਂ ਕਿਹਾ ਸ਼ਾਇਦ ਮੈਂ ਕ੍ਰਾਸ ਕਰ ਗਈ ਹਾਂ ਇਹ ਵਾਲੀ ਏਜ ਗਰੁੱਪ ਚੋਂ, ਮੇਰਾ ਲਈ ਨਹੀਂ ਹੈ ਅਵਾਰਡ, ਤੇ ਮੈਂ ਛੱਡ ਦਿੱਤਾ, ਮੈਂ ਨਹੀਂ ਦਿੱਤਾ। ਫਿਰ ਇੱਕ ਦਿਨ ਅਸੀਂ ਕਲਾ ਭਵਨ ਦੇ ਵਿੱਚ ਸੀ, ਤਾਂ ਉਦੋਂ ਮੈਨੂੰ ਕਿਸੇ ਨੇ ਫਿਰ ਕਿਹਾ ਕਿ ਤੁਸੀਂ ਆਪਣੀ ਡਿਟੇਲ ਦਿਓ ਸਾਨੂੰ, ਤੇ ਅਸੀਂ ਉੱਥੇ ਕਰਨਾ ਰਿਕਮੈਂਡ ਕਰਨਾ ਨਾਟਕ ਦੇ ਵਿੱਚ, ਰੰਗਮੰਚ ਦੇ ਵਿੱਚ। ਤੇ ਮੈਂ ਫਿਰ ਆਲਸ ਜਿਹਾ ਹੀ ਵਰਤਿਆ, ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਪੋਸੀਬਲ ਨਹੀਂ ਹੈਗਾ। ਪਰ ਚਲੋ, ਦਿੱਲੀ ਤੋਂ ਮੈਨੂੰ ਰਾਤ ਨੂੰ 10 ਵਜੇ ਫੋਨ ਆ ਰਿਹਾ ਕਿ ਤੁਸੀਂ ਆਪਣਾ ਡਿਟੇਲ ਭੇਜੋ, ਔਰ ਥੋੜੇ ਦਿਨਾਂ ਬਾਅਦ ਹੀ ਮੈਨੂੰ ਪਤਾ ਲੱਗ ਰਿਹਾ ਕਿ ਮੈਨੂੰ ਉਹਨਾਂ ਨੇ ਕੰਸੀਡਰ ਕੀਤਾ ਇਹਦੇ ਵਿੱਚ, ਤੇ ਮੈਨੂੰ ਬੜੀ ਖੁਸ਼ੀ ਹੋਈ ਹੈ। ਔਰ ਮੈਂ ਜਦੋਂ ਅਵਾਰਡ ਮਿਲਿਆ ਸੀ ਤਾਂ ਮੈਂ ਆਪਣੇ ਬ੍ਰਦਰ, ਉਹਨਾਂ ਦਿਨਾਂ ਦੇ ਵਿੱਚ ਪਵਨ ਇੱਥੇ ਹੀ ਸੀਗਾ, ਪਵਨ ਨੂੰ ਨਾਲ ਲੈ ਕੇ ਗਈ ਸੀ। ਤੇ ਉਸ ਤੋਂ ਬਾਅਦ ਅਵਾਰਡ ਲੈਣ ਤੋਂ ਬਾਅਦ ਮੈਂ ਸਿੱਧੀ ਗੁਰਸ਼ਨ ਭਾਜੀ ਕੋਲ ਆਈ ਸੀ, ਕਿਉਂਕਿ ਭਾਜੀ ਦੀ ਬਦੌਲਤ ਹੀ ਮੈਂ ਇਸ ਦੁਨੀਆ ਦੇ ਵਿੱਚ ਕੰਮ ਕਰ ਰਹੀ ਹਾਂ। ਮੇਰੇ ਲਈ ਜੋ ਵੀ ਮੈਂ ਅਚੀਵ ਕਰਦੀ ਹਾਂ, ਮੇਰਾ ਉਹ ਸਲਾਮ ਮੇਰੇ ਪਰਿਵਾਰ ਨੂੰ ਤਾਂ ਹੈ ਹੀ ਹੈ, ਤਾਂ ਮੇਰੇ ਗੁਰਸ਼ਨ ਭਾਜੀ ਨੂੰ ਵੀ। ਜੀ ਜੀ, ਅਗਲਾ ਸਵਾਲ ਕਰੀਏ ਉਸ ਤੋਂ ਪਹਿਲਾਂ ਕਮੈਂਟ ਪੜ੍ਹ ਲੈਣੇ ਜੀ। ਬਲਜੀਤ ਸਿੰਘ ਮੋਗਾ, ਮੈਮ ਸ਼ਿਬੋ ਦਾ ਕਿਰਦਾਰ ਬਹੁਤ ਵਧੀਆ ਲੱਗਾ, ਜੀਓ। ਥੈਂਕ ਯੂ ਜੀ। ਦੀਪ ਸਿੰਘ ਕਹਿ ਰਹੇ ਨੇ ਇਹੀ ਤਾਂ ਕਲਾਕਾਰੀ ਹੈ, ਰੰਗਮੰਚ ਜਿੰਦਾਬਾਦ ਜੀ। ਗੈਰੀ ਸੋਮਲ ਹੁਣੀ ਲਿਖਦੇ ਨੇ ਪੇਸ਼ਕਾਰੀ ਬਹੁਤ ਉਮਦਾ ਤੇ ਬਾਕਮਾਲ। ਅਨੀਤਾ ਜੀ, ਸਵਾਲ ਤਾਂ ਨਾਟਕ ਤੋਂ ਬਾਅਦ ਕੋਈ ਵੀ ਕਰਨ ਦਾ ਮਨ ਹੀ ਨਹੀਂ, ਬਸ ਜਾਂਦੇ ਜਾਂਦੇ ਦਰਸ਼ਕਾਂ ਨੂੰ ਜਿੰਦਾ ਦਿਲੀ ਦਾ ਸੁਨੇਹਾ ਦੇ ਕੇ ਜਾਇਓ। ਨੌਜਵਾਨ ਸਾਡੇ ਬਹੁਤ ਭਟਕ ਰਹੇ ਨੇ, ਜੋ ਤੁਹਾਡੇ ਨਾਟਕ ਵਿੱਚ ਵੀ ਦੱਸਿਆ ਗਿਆ। ਕੀ ਸੁਨੇਹਾ ਦਓਗੇ ਜੀ ਸਾਡੇ ਨੌਜਵਾਨਾਂ ਨੂੰ, ਨੌਜਵਾਨ ਪੀੜ੍ਹੀ ਨੂੰ, ਜੋ ਅੱਜ ਲੀਹੋਂ ਲੱਥ ਗਈ ਹੈ ਕਿਤੇ ਨਾ ਕਿਤੇ? ਦੇਖੋ, ਸਾਡੇ ਸਮਾਜ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ, ਮੈਂ ਜੇ ਸਪੈਸ਼ਲੀ ਇਹਨਾਂ ਦਿਨਾਂ ਦੀ ਗੱਲ ਕਰਾਂ ਤਾਂ ਠੀਕ ਹੈ, ਇੱਕ ਬਿਮਾਰੀ ਆਈ ਹੈ ਸਾਡੇ ਉੱਤੇ, ਤੇ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ, ਇਹਦੇ ਨਾਲ ਲੜਨ ਦੀ ਲੋੜ ਹੈ। ਅਸੀਂ ਇਹ ਵੀ ਨਹੀਂ ਹੈਗਾ, ਬਹੁਤ ਸਾਰੇ ਦੋਸਤ ਮਿੱਤਰ ਕਹਿੰਦੇ ਨੇ ਕਿ ਤੁਸੀਂ ਲਾਈਵ ਪਰਫਾਰਮੈਂਸ ਕਿਵੇਂ ਕਰ ਸਕਦੇ ਹੋ। ਆਈ ਨੋ ਬਹੁਤ ਔਖਾ ਹੈ। ਔਰ ਦੂਸਰੀ ਗੱਲ ਇਹ ਕਿ ਮੈਂ ਵੀ ਇਸ ਦੇ ਹੱਕ 'ਚ ਨਹੀਂ ਹਾਂ, ਅਸੀਂ ਸਾਰੇ ਇਸ ਦੇ ਹੱਕ 'ਚ ਨਹੀਂ ਹਾਂ। ਅਸੀਂ ਲਾਈਵ ਪਰਫਾਰਮੈਂਸ ਦਾ ਕੋਈ ਬਦਲ ਹੈ ਹੀ ਨਹੀਂ। ਲਾਈਵ ਪਰਫਾਰਮੈਂਸ ਲਾਈਵ ਹੀ ਹੋ ਸਕਦੀ ਹੈ, ਤੇ ਦਰਸ਼ਕਾਂ ਨੂੰ, ਜਦੋਂ ਦਰਸ਼ਕਾਂ ਦਾ ਅੱਗੋਂ ਸਾਨੂੰ ਹੁੰਗਾਰਾ ਮਿਲਦਾ, ਉਦੋਂ ਹੀ ਸਾਨੂੰ ਚੰਗਾ ਲੱਗਦਾ ਹੈ। ਪਰ ਚਲੋ, ਇਹ ਇੱਕ ਮੌਕਾ ਆਇਆ, ਅਸੀਂ ਇਹਨੂੰ ਹਰ ਹਾਲਤ ਦੇ ਵਿੱਚ ਅਸੀਂ ਖੇਡ ਰਹੇ ਹਾਂ ਇਹਦੇ ਨਾਲ ਵੀ। ਤੇ ਇਸ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਰੰਗਮੰਚ ਦੀ ਦੁਨੀਆ ਵਿੱਚ ਆਓ। ਮੈਂ ਤਾਂ ਕਹਿੰਦੀ ਹਾਂ ਕਿ ਜੇ ਕੋਈ ਬੰਦਾ ਮਤਲਬ ਕਿਸੇ ਵੀ ਨਿਰਾਸ਼ਾ ਦੇ ਵਿੱਚੋਂ ਨਿਕਲ ਰਿਹਾ ਤਾਂ ਕਿਸੇ ਨਾ ਕਿਸੇ ਆਰਟ ਨਾਲ ਜੁੜ ਜਾਵੇ,
ਕਿਸੇ ਨਾ ਕਿਸੇ ਕਲਾ ਜਗਤ ਨਾਲ ਜੁੜ ਜਾਵੇ, ਭਾਵੇਂ ਉਹ ਪੇਂਟਿੰਗ ਹੈ, ਭਾਵੇਂ ਉਹ ਸਿੰਗਿੰਗ ਹੈ, ਭਾਵੇਂ ਉਹ ਰੰਗਮੰਚ ਹੈ, ਕੋਈ ਵੀ ਕਲਾ ਦਾ ਵਿਦਾ ਹੋ ਸਕਦੀ ਹੈ, ਤੁਸੀਂ ਉਹਦੇ ਨਾਲ ਜੁੜ ਜਾਓ ਤਾਂ ਕਦੇ ਵੀ ਨਿਰਾਸ਼ ਨਹੀਂ ਹੋ ਸਕਦੇ। ਇਹ ਮੇਰਾ ਦਾਵਾ ਹੈ, ਮੈਂ ਇਹ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਤੁਸੀਂ ਜ਼ਿੰਦਾ ਦਿਲੀ ਨਾਲ ਜੀਓਗੇ ਜ਼ਿੰਦਗੀ ਨੂੰ। ਸੋ ਘਬਰਾਉਣ ਦੀ ਲੋੜ ਨਹੀਂ ਹੈ, ਸਿਰਫ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਹਮੇਸ਼ਾ ਰਹੇਗੀ, ਸਿਰਫ ਹਿੰਮਤ ਰੱਖਣ ਦੀ ਲੋੜ ਹੈ। ਜੀ ਮੈਮ, ਇੱਕ ਸੈਕਿੰਡ ਲਾਸਟ ਹੋਰ ਸਵਾਲ ਆ ਜੀ, ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰ ਦੇਣਾ। ਕਿ ਕਿਸੇ ਦੋਸਤ ਦਾ ਸਵਾਲ ਆਇਆ ਕਿ ਜਿਹੜੀ ਪੇਸ਼ਕਾਰੀ ਬਹੁਤ ਵਧੀਆ ਹੈ, ਇਹ ਜਿਹੜਾ ਨਾਟਕ ਆ ਇਹ ਔਰਤ ਦੀ ਸਥਿਤੀ ਬਾਰੇ ਆ, ਹਾਲਾਂਕਿ ਸਮੇਂ ਬਦਲਣ ਦੇ ਨਾਲ ਔਰਤ ਦੀ ਸਥਿਤੀ ਬਦਲੀ ਹੈ, ਅਜੇ ਕੀ ਕੁਝ ਕਰਨ ਦੀ ਲੋੜ ਸਮਝਦੇ ਹੋ? ਬਹੁਤ ਕੁਝ ਕਰਨ ਦੀ ਲੋੜ ਹੈ ਜੀ। ਇਹ ਸਾਨੂੰ ਲੱਗਦਾ ਹੈ ਕਿ ਸਿਚੁਏਸ਼ਨ ਬਦਲ ਗਈ ਹੈ, ਪਰ ਜੇ ਤੁਸੀਂ ਬਹੁਤ ਜ਼ਿਆਦਾ ਡੀਪਲੀ ਇਹਦੇ ਵਿੱਚ ਜਾਓ ਤਾਂ ਕੁਝ ਵੀ ਸਿਚੁਏਸ਼ਨ ਨਹੀਂ ਬਦਲੀ। ਅੱਜ ਵੀ ਮੈਨੂੰ ਕੁੜੀਆਂ ਦਾ ਇਹ ਸਵਾਲ ਹੁੰਦਾ ਹੈ ਕਿ ਮੈਡਮ ਅਸੀਂ ਰੰਗਮੰਚ ਕਰਨਾ ਚਾਹੁੰਦੇ ਹਾਂ ਪਰ ਸਾਡੇ ਪੇਰੈਂਟਸ ਅਲਾਉ ਨਹੀਂ ਕਰਦੇ। ਫਿਰ ਜੇ ਸਿਚੁਏਸ਼ਨ ਬਦਲ ਗਈ ਹੈ ਤਾਂ ਉਹਨਾਂ ਨੂੰ ਇਹ ਫਿਕਰ ਕਿਉਂ ਹੈ? ਜੇ ਸਿਚੁਏਸ਼ਨ ਬਦਲ ਗਈ ਹੈ ਤਾਂ ਫਿਰ ਅਸੀਂ ਖੁੱਲ ਕੇ ਅੱਗੇ ਕਿਉਂ ਨਹੀਂ ਆਉਂਦੇ? ਸੋ ਅਜੇ ਬਹੁਤ ਲੜਾਈ ਲੜਨ ਦੀ ਲੋੜ ਹੈ, ਬਹੁਤ ਜਦੋਜਹਿਦ ਕਰਨ ਦੀ ਲੋੜ ਹੈ। ਅਸੀਂ ਇਹ ਭੁੱਲ ਜਾਈਏ ਕਿ ਅਸੀਂ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਈਆਂ ਨੇ ਔਰਤਾਂ, ਜਾਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕਰ ਰਹੀਆਂ ਨੇ। ਅਜੇ ਵੀ ਬਹੁਤ ਜ਼ਿੰਦਾ ਦਿਲੀ ਨਾਲ ਅੱਗੇ ਲੜਨ ਦੀ ਲੋੜ ਹੈ। ਸੋ ਸਾਡੀ ਲੜਾਈ ਕੋਸ਼ਿਸ਼ ਜਾਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਘੱਟੋ ਘੱਟ ਅਸੀਂ ਇਹ ਮੌਕੇ ਬਣਾ ਜਾਈਏ ਉਹਨਾਂ ਲਈ ਕਿ ਉਹਨਾਂ ਨੂੰ ਕੋਈ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੇਸ਼ੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਪਰਸਨਲੀ, ਮੇਰੇ ਪੇਰੈਂਟਸ, ਮੇਰੇ ਪਰਿਵਾਰ, ਮੇਰਾ ਇਨ-ਲॉज ਪਰਿਵਾਰ ਵੀ ਪੂਰੀ ਤਰ੍ਹਾਂ ਨਾਲ ਮੇਰੇ ਨਾਲ ਸਹਿਮਤ ਹੈ, ਪੂਰੀ ਤਰ੍ਹਾਂ ਨਾਲ ਮੈਨੂੰ ਉਹਨਾਂ ਦਾ ਸਾਥ ਮਿਲਦਾ ਹੈ। ਔਰ ਇੱਥੋਂ ਤੱਕ ਕਿ ਮੇਰੇ ਫਾਦਰ ਇਨ ਲਾ ਪੂਰੇ ਹੋਏ ਸੀ ਤਾਂ ਮੈਨੂੰ ਮੇਰਾ ਹੁਣ ਅੱਜ ਵੀ ਮੈਂ ਯਾਦ ਕਰਾਂ ਤਾਂ ਮੇਰੇ ਰੌਂਗਟੇ ਖੜੇ ਹੁੰਦੇ ਆ ਕਿ ਸੇਮ ਡੇ ਦੇ ਉੱਤੇ ਮੇਰਾ ਨਾਟਕ ਸੀਗਾ ਨਟੀ ਵਿਨੋਦਨੀ, ਤੇ ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਕਿੰਨਾ ਹਾਲਾਤ ਦੇ ਵਿੱਚੋਂ ਨਿਕਲ ਕੇ ਉੱਥੇ ਪਹੁੰਚੀ ਹਾਂ ਤੇ ਬਹੁਤ ਔਖਾ ਸੀ। ਪਰ ਮੈਂ ਸਲਾਮ ਕਰਦੀ ਹਾਂ ਆਪਣੇ ਇਨ-ਲॉज ਪਰਿਵਾਰ ਨੂੰ, ਜਿਨ੍ਹਾਂ ਨੇ ਮੈਨੂੰ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਨਹੀਂ ਬੇਟਾ ਤੂੰ ਨਹੀਂ ਜਾਣਾ। ਉਹਨਾਂ ਨੇ ਮੈਨੂੰ ਚੁੱਪ ਕੀਤੇ ਕਿਹਾ ਕਿ ਠੀਕ ਹੈ ਤੁਸੀਂ ਦੋਨੋਂ ਜਣੇ ਚੁੱਪਚਾਪ ਚਲੇ ਜਾਓ ਆਪਣੇ ਸ਼ੋਅ ਦੇ ਉੱਤੇ। ਔਰ ਜਦੋਂ ਮੈਂ ਸ਼ੋਅ ਤੇ ਪਹੁੰਚੀ ਹਾਂ, ਜਾ ਕੇ ਉਸ ਨਟੀ ਵਿਨੋਦਨੀ ਦਾ ਇੰਨਾ ਵੱਡਾ ਗੈਟਅਪ ਲੈਣਾ, ਪੂਰੀ ਤਰ੍ਹਾਂ ਨਾਲ ਤਿਆਰ ਹੋਣਾ, ਔਰ ਪਹਿਲਾ ਹੀ ਡਾਇਲੌਗ ਇਹ ਸੀਗਾ, ਮੈਂ ਅਭਾਗਣ ਦੁੱਖਾਂ ਮਾਰੀ ਬੁੱਲਾਂ ਤੇ ਮੁਸਕਾਨ ਹਾਂ ਧਰਤੀ। ਸੋ ਉਦੋਂ ਹੀ ਮੇਰੇ ਹੰਝੂ ਪੂਰੀ ਤਰ੍ਹਾਂ ਨਾਲ ਟਪਕ ਪਏ, ਪਰ ਮੈਨੂੰ ਪਤਾ ਸੀ ਸ਼ੋਅ ਮਸਟ ਗੋ ਔਨ, ਤੇ ਮੈਂ ਹਿੰਮਤ ਕੀਤੀ ਤੇ ਸ਼ੋਅ ਕੀਤਾ। ਸੋ ਅਜੇ ਬਹੁਤ ਲੜਾਈ ਲੜਨ ਦੀ ਲੋੜ ਹੈ। ਤੁਸੀਂ ਇੱਕ ਸਿਚੁਏਸ਼ਨ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਇੱਕ ਅਦਾਕਾਰ ਵਾਸਤੇ ਵੀ ਬਹੁਤ ਔਖਾ ਹੋ ਜਾਂਦਾ ਹੈ ਅਜਿਹੀਆਂ ਸਿਚੁਏਸ਼ਨਾਂ ਦੇ ਵਿੱਚ, ਜਦੋਂ ਤੁਹਾਡਾ ਬਾਹਰ ਮਾਹੌਲ ਹੋਰ ਆ ਤੇ ਸਟੇਜ ਤੇ ਤੁਸੀਂ ਇੱਕ ਹੋਰ ਤਰ੍ਹਾਂ ਜਾ ਕੇ ਮਾਹੌਲ ਦੇਣਾ ਹੁੰਦਾ। ਬਿਲਕੁਲ। ਤੇ ਲਾਸਟ ਹੁਣ ਸਾਡਾ ਦਿਲ ਤਾਂ ਨਹੀਂ ਕਰ ਰਿਹਾ ਵੀ ਤੁਹਾਨੂੰ ਇਹ ਕਹੀਏ ਕਿ ਵੀ ਜਾਂਦੇ ਜਾਂਦੇ ਕੀ ਸੁਨੇਹਾ ਦਓਗੇ, ਪਰ ਹੁਣ ਵਕਤ ਦੀ ਜਿਹੜੀ ਨਜ਼ਾਕਤ ਨੂੰ ਸਮਝਣਾ ਵੀ ਜ਼ਰੂਰੀ ਆ। ਇਸ਼ਾਰਾ ਹੋ ਰਿਹਾ ਬਾਰ-ਬਾਰ ਵੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰੀਏ। ਸੋ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ? ਤੇ ਜਿਹੜੇ ਇੱਕ ਮੇਰਾ ਹੋਰ ਵੀ ਨਾਲ ਸਵਾਲ ਐਡ ਕਰ, ਜੋ ਇਹ ਬੋਹੀਮੀਅਨਸ ਥੀਏਟਰ ਪੀਪਲ ਬਾਈ ਗੁਰਵਿੰਦਰ ਹੁਣੀ ਜਿਹੜਾ ਇਹ ਕੰਮ ਕਰ ਰਹੇ ਨੇ ਆਨਲਾਈਨ, ਇਹ ਜਿਹੜਾ ਥੀਏਟਰ ਫੈਸਟੀਵਲ ਕਰਵਾ ਰਹੇ ਨੇ, ਇਹਨਾਂ ਨੂੰ ਵੀ ਹੱਲਾਸ਼ੇਰੀ ਦਿਓ ਵੀ ਇਹ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਇਹਨਾਂ ਨੂੰ ਹੱਲਾਸ਼ੇਰੀ ਕੀ, ਇਹਨਾਂ ਨੂੰ ਮਤਲਬ ਸੱਚਮੁੱਚ ਇਹਨਾਂ ਨੂੰ ਸਲਾਮ ਹੈ, ਸੈਲੂਟ ਹੈ ਗੁਰਵਿੰਦਰ ਜੀ। ਮਤਲਬ ਮੈਨੂੰ ਲੱਗਦਾ ਸੀਗਾ ਕਿ ਕੁਝ ਦਿਨਾਂ ਦਾ ਇਹਨਾਂ ਨੇ ਕੁਝ ਪਲਾਨ ਕੀਤਾ, ਪਰ ਜਦੋਂ ਲੱਗਿਆ ਕਿ ਐਡਾ ਲੰਬਾ ਫੈਸਟੀਵਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰ ਰਹੇ ਹੈ, ਸੱਚੀ ਮੁੱਚੀ ਸੈਲੂਟ ਹੈ। ਔਰ ਮੈਨੂੰ ਲੱਗਦਾ ਕਿ ਕੱਲਮ ਕੱਲੇ ਵੱਡੀ ਟੀਮ ਹੈ ਪੂਰੀ ਦੀ ਪੂਰੀ। ਸੋ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਵੀ ਮੰਚ ਨੂੰ ਔਰ ਗੁਰਵਿੰਦਰ ਜੀ ਨੂੰ, ਔਰ ਦਰਸ਼ਕਾਂ ਦਾ ਮੈਂ ਧੰਨਵਾਦ ਕਰਦੀ ਹਾਂ। ਮੈਂ ਕੋਈ ਸੁਨੇਹਾ ਨਹੀਂ ਦੇਣਾ ਚਾਹੁੰਦੀ, ਕਿਉਂਕਿ ਸੁਨੇਹਾ ਤੁਸੀਂ ਸਾਰੇ ਆਪ ਸਿਆਣੇ ਹੋ, ਕੁਝ ਵੀ ਕਹਿਣ ਦੀ ਲੋੜ ਨਹੀਂ ਹੈ। ਪਰ ਇਹਨਾਂ ਜ਼ਰੂਰ ਕਵਾਂਗੀ ਕਿ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਹਮੇਸ਼ਾ ਰਹੇਗੀ, ਕਦੇ ਵੀ ਡੋਲਣ ਦੀ ਲੋੜ ਨਹੀਂ ਹੈ। ਰੰਗਮੰਚ ਜ਼ਿੰਦਾਬਾਦ, ਰੰਗਮੰਚ ਜ਼ਿੰਦਾਬਾਦ। ਸੋ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਦੋਸਤੋ, ਤੁਸੀਂ ਦੇਖਿਆ ਮੈਡਮ ਅਨੀਤਾ ਸ਼ਬਦੀਸ਼ ਹੋਰਾਂ ਨੇ ਜੋ ਸੁਨੇਹੇ ਰੂਪੀ
ਸ਼ਬਦਾਂ ਦੇ ਵਿੱਚ ਤੁਹਾਨੂੰ ਥੈਂਕ ਯੂ ਕਿਹਾ, ਦਰਸ਼ਕਾਂ ਨੂੰ ਬਹੁਤ ਧੰਨਵਾਦ ਕਿਹਾ। ਸਾਡਾ ਵੀ ਦਿਲ ਨਹੀਂ ਕਰਦਾ ਜਾਣ ਨੂੰ, ਬੜੇ ਰੰਗ ਭਾਗ ਲੱਗੇ ਨੇ, ਬੜਾ ਆਨੰਦ ਆ ਰਿਹਾ। ਤੇ ਬਾਈ ਨੇ ਕਿਹਾ ਵੀ ਫਾਈਨਲ ਵਰਡ ਬੋਲਣੇ, ਕੁਝ ਵਰਡ ਨਹੀਂ ਆ ਰਹੇ, ਬਸ ਇਹੀ ਕਹਿ ਸਕਦੇ ਹਾਂ ਕਿ ਕੱਲ ਨੂੰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਕੱਲ ਮਿਲਣ ਦਾ ਜਿਹੜਾ ਵਾਅਦਾ ਲੈ ਕੇ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇਹ ਸਾਰੇ ਰੰਗ ਕਰਮੀਆਂ ਦਾ, ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਤੇ ਜਾਂਦੇ ਜਾਂਦੇ ਤੁਹਾਡੇ ਲਈ ਅਸੀਂ ਜਿਹੜਾ ਇੱਕ ਰੰਗਮੰਚ ਦਾ ਗੀਤ ਪੇਸ਼ ਕਰਨ ਜਾ ਰਹੇ ਹਾਂ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ। जय जयकार जय जयकार जय जयकार जय जयकार रंगमंच तेरी जय जयकार रंगमंच तेरी जय जयकार रंगमंच तेरी जय जयकार रंगमंच तेरी जय जयकार होवे नाट संपूर्ण साडा काया अंदर कण किरदार जय जयकार जय जयकार रंगमंच तेरी जय जयकार अदाकारी विच पूरा उतरे साडा हर अभिनेता बीते युग दा होवे राजा जापे अज दा नेता कलयुग दे किरदारा सदका देवे खोल करेता शब्दी साण चढ़ावे ऐसी शब्दी साण चढ़ावे ऐसी जीतण चलदी सी तलवार